ਬਿੱਲ ਆ ਉਹ ਤੇ ਰੌਲੇ ਰੱਪੇ ਦੇ ਵਿੱਚ ਪਾਸ ਹੋਈ ਜਾ ਰਿਹਾ, ਪਰ ਰੌਲਾ ਰੱਪਾ ਜਿਹੜਾ ਆ ਉਹ ਬਹੁਤ ਜ਼ਿਆਦਾ ਫੈਲਿਆ ਹੋਇਆ। ਲੋਕਤੰਤਰ ਦਾ ਜਿਹੜਾ ਆ ਨੁਕਸਾਨ ਆ ਉਹ ਲੋਕ ਸਭਾ ਦੇ ਵਿੱਚ ਵੀ ਉਨਾ ਹੀ ਹੋ ਰਿਹਾ ਜਿੰਨਾ ਦੇਸ਼ ਦੇ ਵਿੱਚ ਹੋ ਰਿਹਾ, ਕਿਉਂਕਿ ਉੱਥੇ ਬਹਿਸ ਦੀ ਗੁੰਜਾਇਸ਼ ਹੀ ਕੋਈ ਨਹੀਂ ਰਹਿ ਜਾਂਦੀ। ਗੱਲ ਤੇ ਕੋਈ ਕਿਸੇ ਦੀ ਸੁਣਦਾ ਨਹੀਂ। ਬੰਦੇ ਦੇ ਪੁੱਤਰ ਦੇ ਉੱਤੇ ਕਤਲ ਦਾ ਮੁਕੱਦਮਾ ਆ ਤੇ ਬੰਦਾ ਦੇਸ਼ ਦੇ ਵਿੱਚ ਸਭ ਤੋਂ ਵੱਡੇ ਦਫ਼ਤਰ ਦੇ ਵਿੱਚ ਅਹੁਦੇ ਤੇ ਬੈਠਾ, ਤੇ ਉਹ ਤੋਂ ਅਸਤੀਫਾ ਲੈ ਲੈਣਾ ਚਾਹੀਦਾ ਉਹਨੂੰ। ਉਹਨੇ ਦਿਨ ਲਈ ਉਸ ਕੇਸ ਤੋਂ, ਉਸ ਅਹੁਦੇ ਤੋਂ ਲਾਂਭੇ ਕਰ ਦਿਓ। ਪਰ ਸਰਕਾਰ ਦੇ ਜਿਹੜੇ ਮੰਤਰੀ ਨੇ, ਜਿੰਨੇ ਵੀ ਸਪੋਕਸਮੈਨ ਨੇ, ਉਹ ਵੱਖ-ਵੱਖ ਚੈਨਲਸ ਤੇ ਬੋਲਦੇ ਨੇ ਕਿ ਕਾਨੂੰਨ ਆਪਣਾ ਕੰਮ ਕਰੇਗਾ, ਤੇ ਫਿਰ ਇਹ ਗੱਲ ਦੱਸਦੇ ਨਜ਼ਰ ਨਹੀਂ ਆਉਂਦੇ ਕਿ ਕਾਨੂੰਨ ਆਪਣਾ ਕੰਮ ਕਿਵੇਂ ਕਰੇਗਾ। ਅਪਰਾਧੀ ਸ਼ਬਦ ਆ, ਜਦੋਂ ਅਸੀਂ ਉਹਦੀ ਘੋਖ ਪੜਤਾਲ ਕੀਤੀ ਤੇ ਗੱਲ ਇਹ ਸਮਝ ਆਈ ਕਿ ਇਹਨਾਂ ਦੀ ਹੀ ਕੈਬਨਿਟ ਦੇ ਵਿੱਚ 40% ਤੋਂ ਜ਼ਿਆਦਾ ਲੋਕ ਅਪਰਾਧੀ ਛਵੀ ਵਾਲੇ ਨੇ। ਗ੍ਰਹਿ ਮੰਤਰੀ ਤੇ ਦੋਨੋਂ ਹੀ ਗ੍ਰਹਿ ਰਾਜ ਮੰਤਰੀ ਜਿਹੜੇ ਨੇ, ਉਹ ਉਹਨਾਂ ਦਾ ਜਿਹੜਾ ਬੈਕਗਰਾਉਂਡ ਆ ਉਹ ਬਾਹੂਬਲੀ ਜਾਂ ਅਪਰਾਧਿਕ ਛਵੀ ਵਾਲਾ ਹੈ। ਆਰਟੀਆਈ ਜਿਹੜਾ ਆ ਕਾਨੂੰਨ ਆ, ਉਹਦੇ ਨਾਲ ਦੇਸ਼ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਜਿਹੜਾ ਆ ਉਹ ਵਧਿਆ, ਤੇ ਹਰ ਡਿਪਾਰਟਮੈਂਟ ਦੇ ਵਿੱਚ, ਹਰ ਬਲਾਕ ਲੈਵਲ ਦੇ ਉੱਤੇ ਵਿਚੋਲੇ ਜਿਹੜੇ ਨੇ ਉਹ ਪੈਦਾ ਹੋ ਗਏ। ਕੀ ਉਸ ਯੋਜਨਾ ਦਾ ਇਹ ਕਸੂਰ ਆ, ਜਾਂ ਤੁਹਾਡੇ ਜਿਹੜੇ ਆਲੇ ਦੁਆਲੇ ਸਿਸਟਮ ਦੇ ਵਿੱਚ ਲੋਕ ਨੇ ਉਹਨਾਂ ਯੋਜਨਾਵਾਂ ਨੂੰ ਸਫਲ ਨਹੀਂ ਹੋਣ ਦਿੰਦੇ? ਜੇ ਉਸ ਰੁਜ਼ਗਾਰ ਨੂੰ ਪਿੰਡ ਲੈਵਲ ਦੇ ਉੱਤੇ ਜਾਂ ਪਿੰਡ ਦੇ ਆਲੇ ਦੁਆਲੇ ਖੇਤੀ ਦੇ ਵਿੱਚ ਵੀ ਉਸ ਲੇਬਰ ਨੂੰ ਵਰਤ ਲਿਆ ਜਾਵੇ ਤੇ ਖੇਤੀ ਸੈਕਟਰ ਦਾ ਵੀ ਵੱਡਾ ਫਾਇਦਾ ਹੋ ਸਕਦਾ। ਉਹ ਬਾਲਗ 18 ਸਾਲ ਦਾ ਹੋ ਜਾਂਦਾ ਤੇ ਫਿਰ ਉਹਨੂੰ 3 ਸਾਲ ਲਈ ਕਿਉਂ ਰੋਕਿਆ ਜਾਵੇ? ਜੇ ਉਹਦਾ ਮਨਸ਼ਾ ਉਹਦੀ ਵਿਆਹ ਕਰਵਾਉਣ ਦੀ ਆ ਤੇ ਫਿਰ ਤੁਸੀਂ ਉਹਨੂੰ ਲੀਗਲੀ ਉਹ ਜਿਹੜਾ ਆ ਉਹਨੂੰ ਤੁਸੀਂ ਨਹੀਂ ਰੋਕ ਸਕਦੇ। ਇਹਦੇ ਨਾਲੋਂ ਚੰਗਾ ਹੁੰਦਾ ਜੇਕਰ ਤੁਸੀਂ ਕੋਈ ਜਨਸੰਖਿਆ ਦੇ ਕੰਟਰੋਲ ਕਰਨ ਲਈ ਬਿੱਲ ਲੈ ਕੇ ਆਉਂਦੇ। ਇਹ ਬਹੁਤ, ਜੇ ਇਹਦਾ ਬੈਨੀਫਿਟ ਰੱਖਿਆ ਵੀ ਜਾਵੇ ਜਨਸੰਖਿਆ ਵਾਲੇ ਪਾਸੇ ਨੂੰ ਦੇਖ ਕੇ, ਤੇ ਮੈਨੂੰ ਲੱਗਦਾ ਕਿ ਉਹ ਜਿਹੜਾ ਆ ਕੋਈ 1% ਵੀ ਨਹੀਂ ਹੋਵੇ। ਕਿ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਆ, ਦਵਾਈਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਆ, ਕਿਸਾਨ ਦਾ ਖਰਚਾ ਘਟੂਗਾ, ਜ਼ੀਰੋ ਫਾਰਮਿੰਗ ਦੀਆਂ ਗੱਲਾਂ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬਹੁਤ ਸੋਹਣੀਆਂ ਲੱਗਦੀਆਂ ਸੁਣਨ ਨੂੰ। ਤੇ ਉਹਨਾਂ ਨੇ ਆਪ ਇੱਕ ਵਾਰ ਕਿਹਾ ਵੀ ਕਿ ਮੈਂ ਕਿਸਾਨ ਨਹੀਂ ਹੈਗਾ, ਤੇ ਮੈਨੂੰ ਲੱਗਦਾ ਕਿ ਉਹੀ ਇੱਕ ਲਾਈਨ ਜਿਹੜੀ ਸਭ ਤੋਂ ਚੰਗੀ ਸੀ ਕਿ ਮੈਂ ਕਿਸਾਨ ਨਹੀਂ ਹੈਗਾ। ਪੈਸਟੀਸਾਈਡ, ਇਨਸੈਕਟੀਸਾਈਡ ਤੇ ਜਿਹੜੇ ਉਰਵਰਕ ਆ, ਜਿਹੜੀਆਂ ਖਾਦਾਂ ਆ, ਉਹਨਾਂ ਦੀ ਵਰਤੋਂ ਤੋਂ ਬਿਨਾਂ ਖੇਤੀ ਦੀ ਜਿਹੜੀ ਕਲਪਨਾ ਵੀ ਕੀਤੀ ਨਹੀਂ ਜਾ ਸਕਦੀ। ਕਿ ਸਰਕਾਰ ਜਦੋਂ ਖਰੀਦਦੀ ਆ ਤੇ ਫਿਰ ਜਦੋਂ ਵਾਪਸ ਦਿੰਦੀ ਆ ਜਾਂ ਸਕੀਮਾਂ ਲਈ ਫ੍ਰੀ ਦਿੰਦੀ ਆ, ਤੇ ਉਹ ਜਿਹੜੇ ਪੈਸੇ ਨੇ ਉਹ ਵਿੱਚ ਵਿਚਾਲਿਓਂ ਕਿੱਥੇ ਚਲੇ ਜਾਂਦੇ ਨੇ? ਉਹ ਬਹੁਤ ਸਾਰੇ ਰੋਲ ਘਚੋਲੇ ਨੇ। ਸਾਡੇ ਮੁਲਕ ਦਾ ਜਿਹੜਾ ਸਿਸਟਮ ਆ ਉਹਨੂੰ ਸੁਧਾਰਨ ਦੀ ਲੋੜ ਆ। ਇਹ ਸਾਰੇ ਕਹਾਣੀਆਂ ਜਿਹੜੀਆਂ ਆ ਉਹ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨਾਲ ਹੱਲ ਹੋਣ ਵਾਲੀਆਂ ਨਹੀਂ। ਚੋਣ ਪ੍ਰਚਾਰ ਆ ਉਹ ਮੁੱਦਿਆਂ ਤੇ ਆਧਾਰਿਤ ਕਰਨਾ ਕਿ ਚਿਹਰਿਆਂ ਤੇ ਆਧਾਰਿਤ ਕਰਨਾ? ਤੇ ਗੱਲ ਫਿਰ ਸਿੱਧੂ ਸਾਹਿਬ ਨੇ ਇਹ ਕਹੀ ਕਿ ਚਿਹਰਿਆਂ ਦੇ ਉੱਤੇ ਤੁਸੀਂ ਕਰਨਾ, ਤੇ ਚਿਹਰਾ ਤਾਂ ਤੁਹਾਡਾ ਹਰ ਖੂੰਜੇ ਤੇ ਖੂੰਜੇ, ਹਰ ਦੇਸ਼ ਦੇ ਪੂਰੇ ਪ੍ਰਾਂਤ ਦੇ ਕੋਠੇ-ਕੋਠੇ ਤੇ ਫੋਟੋਆਂ ਲੱਗੀਆਂ ਆ, ਤੇ ਉਹਨਾਂ ਤੋਂ ਹੀ ਹੁਣ ਪ੍ਰਚਾਰ ਕਰਵਾ ਲਓ। ਤੇ ਇੱਥੇ ਆ ਕੇ ਜਦੋਂ ਬੀਜੇਪੀ ਚੋਣ ਪ੍ਰਚਾਰ ਕਰਦੀ ਆ, ਉਦੋਂ ਵੀ ਇਸ ਗੱਲ ਦੀ ਕਰਦੀ ਆ ਕਿ ਪੰਜਾਬ ਨੂੰ ਸੁਰੱਖਿਆ ਦੀ ਵੱਧ ਲੋੜ ਆ, ਤੇ ਪੰਜਾਬ ਵਰਗੇ ਸੂਬੇ ਨੂੰ ਡੀਜੀਪੀ ਲਾਉਣ ਲਈ ਉਸੇ ਹੀ ਸੈਂਟਰ ਦੀ ਜਿਹੜੀ UPSC ਆ ਉਹ ਇੱਕ ਮੀਟਿੰਗ ਨਹੀਂ ਕਰ ਸਕਦੀ, ਜਿਹੜਾ ਕਿ ਉਹਨਾਂ ਲਈ 10 ਮਿੰਟ ਦਾ ਕੰਮ ਹੈ। ਸਟੇਟ ਗੌਰਮੈਂਟ ਦੀ ਮਰਜ਼ੀ ਹੋਵੇਗੀ ਕਿ ਉਹਨਾਂ ਤਿੰਨਾਂ ਦੇ ਵਿੱਚੋਂ ਕਿਹਨੂੰ ਲਾਉਂਦੇ ਨੇ। ਅੱਗੋਂ ਇਹ ਪਹਿਲਾਂ ਉੱਦਾਂ ਦੇ ਟੱਕਰੇ, ਇਹਨਾਂ ਨੇ ਕਾਫੀ ਟਾਈਮ ਲਾਤਾ, ਹੁਣ ਉਹਨਾਂ ਨੇ ਕਾਫੀ ਟਾਈਮ ਲਾਤਾ। ਕਿਤੇ ਇਹਨਾਂ ਤਿੰਨਾਂ ਦੇ ਉੱਤੇ ਨਾ ਮੁੜ ਕੇ ਰੇੜਕਾ ਪੈ ਜਾਏ ਤੇ ਕਿਤੇ ਚੋਣਾਂ ਤੋਂ ਬਾਅਦ ਨਾ ਨਵਾਂ DGP ਲਾਉਣੇ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਐਕਸਪਰਟ ਸਾਡੇ ਨਾਲ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਵਲੀਨ ਜੀ, ਸ਼ੁਕਰੀਆ ਜੀ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਦੀ ਰਾਜਨੀਤੀ ਤੋਂ ਨਹੀਂ ਕਰਨੀ ਅਸੀਂ। ਸੰਸਦ ਦਾ ਸਰਦਰੁੱਤ ਸੈਸ਼ਨ ਚੱਲ ਰਿਹਾ, ਗੱਲ ਉਹਦੀ ਕਰਾਂਗੇ। ਕੱਲ ਵੀ ਵਿਰੋਧੀ ਧਿਰ ਨੇ ਬੜਾ ਹੰਗਾਮਾ ਕੀਤਾ, ਅੱਜ ਵੀ ਕੀਤਾ। ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਕੇਂਦਰ ਨੂੰ ਘੇਰਦੀ ਹੋਈ ਨਜ਼ਰ ਆ ਰਹੀ ਹੈ ਵਿਰੋਧੀ ਧਿਰ। ਕੀ ਤੁਹਾਨੂੰ ਲੱਗਦਾ ਹੈ ਕਿ ਕੇਂਦਰ ਬੈਕਫੁੱਟ ਤੇ ਨਜ਼ਰ ਆ ਰਹੀ ਹੈ? ਸਵਲੀਨ ਜੀ ਦੇਖੋ, ਹਾਲੇ ਦਸੰਬਰ ਦਾ ਅੱਧ ਜਿਹੜਾ ਆ ਮੁੱਕਿਆ ਤੇ ਦੇਸੀ ਮਹੀਨਾ ਸ਼ੁਰੂ ਹੋਇਆ ਕੱਲ੍ਹ ਹੀ। ਠੰਡ ਵੱਧ ਰਹੀ ਆ ਤੇ ਤੁਸੀਂ ਪੰਜਾਬ ਦੀ ਸਿਆਸਤ ਤੋਂ ਹੁਣੇ ਨਾ ਕੋਈ 2-3 ਮਹੀਨੇ ਤੇ ਕੰਮ ਚੱਲਣਾ ਆ। ਚਲੋ ਤੁਸੀਂ ਸਭ ਤੋਂ ਪਹਿਲਾਂ ਦੇਸ਼ ਦੀ ਰਾਜਨੀਤੀ ਦੀ ਗੱਲ ਕਰਨੀ ਆ, ਜਾਂ ਸਰਦਰੁੱਤ ਦਾ ਜਿਹੜਾ ਸੈਸ਼ਨ ਚੱਲ ਰਿਹਾ ਉਹਦੀ ਗੱਲ ਕਰਦੇ ਹਾਂ। ਬਿਲਕੁਲ ਤੁਹਾਡੀ ਗੱਲ ਠੀਕ ਲੱਗਦੀ ਆ ਕਿ ਸਰਕਾਰ ਬੈਕਫੁੱਟ ਤੇ ਆ ਰਹੀ ਆ, ਪਰ ਸਰਕਾਰ ਹਾਲੇ ਤੱਕ ਇਹ ਗੱਲ ਦਰਸਾ ਨਹੀਂ ਰਹੀ ਕਿਤੇ ਵੀ ਕਿ ਉਹ ਉਸ ਲਖੀਮਪੁਰ ਖੀਰੀ ਵਾਲੀ ਘਟਨਾ ਦੇ ਵਿੱਚ, ਜਿੱਥੇ ਉਹਨਾਂ ਦੇ ਗ੍ਰਹਿ ਰਾਜ ਮੰਤਰੀ ਜਿਨ੍ਹਾਂ ਨੂੰ ਕਹਿੰਦੇ ਅਸੀਂ, ਕਿਉਂਕਿ ਉਹਨਾਂ ਦੇ ਕੋਲ ਦੂਸਰੇ ਸੀਟ ਹੈ ਗ੍ਰਹਿ ਮੰਤਰੀ ਤੇ ਅਮਿਤ ਸ਼ਾਹ ਜੀ ਨੇ, ਉਹ ਜਿਸ ਕੇਸ ਦੇ ਵਿੱਚ ਫਸੇ ਹੋਏ ਨੇ ਉਹਨਾਂ ਦਾ ਲੜਕਾ
307 ਦਾ ਦੋਸ਼ੀ ਜਿਹੜਾ ਆ ਉਹ ਪੁਲਿਸ ਦੀ FIR ਦੇ ਮੁਤਾਬਕ ਹੈ। ਕੋਰਟ ਉਹਨੂੰ ਦੋਸ਼ੀ ਗਰਦਾਨਦੀ ਆ ਕਿ ਨਹੀਂ ਗਰਦਾਨਦੀ, ਕਿੰਨਾ ਟਾਈਮ ਲੱਗਦਾ ਆ, ਕਿੰਨਾ ਲੰਬਾ ਕੇਸ ਚੱਲਦਾ, ਉਹ ਇੱਕ ਵੱਖਰਾ ਵਿਸ਼ਾ ਆ। ਪਰ ਬਿਲਕੁਲ ਉਸ ਕੇਸ ਨੇ ਸਾਰੇ ਭਾਰਤ ਦੇ ਵਿੱਚ BJP ਨੂੰ ਇੱਕ ਵਾਰ ਫਿਰ ਬੈਂਡ ਡਾਊਨ ਜਿਹੜਾ ਆ ਉਹ ਕੀਤਾ। ਪਿਛਲੇ ਦਿਨੀ ਹੀ ਸੁਪਰੀਮ ਕੋਰਟ ਦੀ ਬਣਾਈ ਹੋਈ ਜਿਹੜੀ ਸਿੱਟ ਸੀ ਉਹਨੇ CGM ਦੀ ਕੋਰਟ ਦੇ ਵਿੱਚ ਉਹ ਆਪਣੀ ਜਿਹੜੀ ਆ ਰਿਪੋਰਟ ਰੱਖੀ ਸਾਹਮਣੇ, ਜਿਹਦੇ ਵਿੱਚ ਦੱਸਿਆ ਗਿਆ ਕਿ ਉਹ ਜਿਹੜੀ ਘਟਨਾ ਆ ਉਹ ਕੋਈ ਗੱਡੀਆਂ ਦੇ ਐਕਸੀਡੈਂਟ ਵਾਲੀ ਕਹਾਣੀ ਨਹੀਂ ਹੈਗੀ, ਉਹ ਬਿਲਕੁਲ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਨੀਅਤ ਨਾਲ ਕੀਤਾ ਗਿਆ ਜਿਹੜਾ ਆ ਉਹ ਕਾਰਨਾਮਾ ਸੀ ਜੀ। ਨਾਲ ਦੀ ਨਾਲ ਉਹਨਾਂ ਨੇ ਉਹ ਵੀ ਗੱਲਾਂ ਜੋੜੀਆਂ ਉਹਦੇ ਵਿੱਚ ਕਿ ਇਸ ਗ੍ਰਹਿ ਰਾਜ ਮੰਤਰੀ ਕੁਝ ਦਿਨ ਪਹਿਲਾਂ ਕੀ ਬੋਲਦੇ ਨਜ਼ਰ ਆਏ ਸੀ ਤੇ ਉਸ ਦੇ ਨਾਲ ਹੀ ਕੱਲ ਵਾਲੀ ਘਟਨਾ ਜਿਹੜੀ ਆ ਸਵਲੀਨ ਜੀ, ਉਹ ਹਾਲਾਂਕਿ ਸਿੱਟ ਦੀ ਰਿਪੋਰਟ ਤੋਂ ਬਾਅਦ ਦੀ ਆ, ਜਦੋਂ ਉਹ ਗ੍ਰਹਿ ਰਾਜ ਮੰਤਰੀ ਇੱਕ ਬਹੁਤ ਵੱਡੇ ਅਹੁਦੇ ਤੇ ਬੈਠਾ ਹੋਇਆ ਵਿਅਕਤੀ ਆ। ਜੇ ਅਸੀਂ ਅਹੁਦਿਆਂ ਦੀ ਗੱਲ ਕਰੀਏ ਤੇ ਕੈਬਨਿਟ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਬਾਅਦ ਗ੍ਰਹਿ ਮੰਤਰੀ ਆ ਤੇ ਉਸੇ ਆਫਿਸ ਦੇ ਵਿੱਚ ਉਹ ਪੋਜੀਸ਼ਨ ਦੇ ਉੱਤੇ ਬੰਦਾ ਬੈਠਾ ਤੇ ਉਹ ਪੱਤਰਕਾਰ ਦੇ ਨਾਲ ਜਦੋਂ ਉਹਨੂੰ ਉਹ ਸਵਾਲ ਪੁੱਛਿਆ ਜਾਂਦਾ ਤੇ ਉਹ ਗਾਲੀ ਗਲੋਚ ਵੀ ਕਰਦਾ, ਈਵਨ ਕਿ ਉਹ ਧੱਕਾ ਮੁੱਕੀ ਤੱਕ ਵੀ ਉਹ ਉਸ ਪੋਜੀਸ਼ਨ ਦੇ ਵਿੱਚ ਇੱਕ ਪੱਤਰਕਾਰ ਨੂੰ ਲੈ ਕੇ ਜਾਂਦਾ ਆ। ਲੋਕ ਸਭਾ ਦੇ ਵਿੱਚ ਕਿਉਂਕਿ ਸਰਦ ਰੁੱਤ ਦਾ ਸੈਸ਼ਨ ਚੱਲ ਰਿਹਾ, 29 ਨਵੰਬਰ ਨੂੰ ਤੁਸੀਂ ਦੱਸਿਆ ਕਿ ਉਹ ਸ਼ੁਰੂ ਹੋਇਆ ਤੇ 23 ਦਸੰਬਰ ਤੱਕ ਇਹ ਚੱਲਣਾ ਆ। ਬੜਾ ਲੰਬਾ ਠੀਕ ਠਾਕ ਲੰਬਾਈ ਦਾ ਸੈਸ਼ਨ ਆ, ਕਾਫੀ ਸਰਕਾਰ ਨੂੰ ਸਮਾਂ ਮਿਲ ਰਿਹਾ ਇਹਦੇ ਵਿੱਚ ਬਿੱਲ ਪੇਸ਼ ਕਰਨ ਦਾ ਵੀ ਤੇ ਬਿੱਲ ਪਾਸ ਕਰਨ ਦਾ ਵੀ। ਪਰ ਉੱਥੇ ਵੀ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਬਿੱਲ ਆ ਉਹ ਤੇ ਰੌਲੇ ਰੱਪੇ ਦੇ ਵਿੱਚ ਪਾਸ ਹੋਈ ਜਾ ਰਿਹਾ, ਪਰ ਰੌਲਾ ਰੱਪਾ ਜਿਹੜਾ ਆ ਉਹ ਬਹੁਤ ਜ਼ਿਆਦਾ ਫੈਲਿਆ ਹੋਇਆ। ਸਰਕਾਰ ਉਥੇ ਘਿਰਦੀ ਨਜ਼ਰ ਆ ਰਹੀ ਆ, ਪਰ ਕਿਉਂਕਿ ਲੋਕਤੰਤਰ ਦੇ ਵਿੱਚ ਸਵਲੀਨ ਜੀ ਵਿਚਾਰਾਂ ਦੀ ਜਿਹੜੀ ਕਦਰ ਆ ਉਹ ਘੱਟ ਆ ਤੇ ਨੰਬਰਸ ਦੀ ਕਦਰ ਜਿਹੜੀ ਉਹ ਜ਼ਿਆਦਾ ਆ। 543 ਮੈਂਬਰਾਂ ਦੀ ਲੋਕ ਸਭਾ ਆ, ਜਿਹਦੇ ਕੋਲ ਅੱਧ ਤੋਂ ਵੱਧ ਨੇ, ਉਹ ਫਿਰ ਦੂਜਿਆਂ ਦੀ ਪਰਵਾਹ ਨਹੀਂ ਕਰਦਾ। ਇਸੇ ਕਰਕੇ ਚਾਹੇ ਉਹ ਕਾਨੂੰਨ ਦੀ ਜਿਹੜੀ ਵਰਤੋਂ ਆ ਜਾਂ ਦੁਰਵਰਤੋਂ ਆ, ਚਾਹੇ ਜਿਹੜੀਆਂ ਸੈਂਟਰਲ ਏਜੰਸੀਆਂ ਆ ਉਹਦੀ ਵਰਤੋਂ ਤੇ ਦੁਰਵਰਤੋਂ ਆ, ਉਹ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਲਾ ਕੇ ਸਰਕਾਰ ਦੇ ਹੱਥ ਕੰਡੇ ਅਪਣਾ ਕੇ ਸਿਰਫ ਔਰ ਸਿਰਫ ਉਹ ਨੰਬਰ ਸਿਸਟਮ ਜਿਹੜਾ ਆ ਉਹਨੂੰ ਪੂਰਾ ਕਰਨ ਦੇ ਲਈ ਹੀ ਜਿਹੜੀ ਸਾਰੀ ਤਵੱਕੋ ਆ ਉਹ ਸਰਕਾਰੀ ਧਿਰ ਦੀ ਲੱਗੀ ਰਹਿੰਦੀ ਆ ਜੀ। ਹਾਲਾਂਕਿ ਅਸੀਂ ਬੀਤੇ ਦਿਨ ਇੱਕ ਦਿਨ ਗੱਲ ਕੀਤੀ ਸੀ ਕਿ ਲੋਕਤੰਤਰ ਦਾ ਜਿਹੜਾ ਆ ਨੁਕਸਾਨ ਆ ਉਹ ਲੋਕ ਸਭਾ ਦੇ ਵਿੱਚ ਵੀ ਉਨਾ ਹੀ ਹੋ ਰਿਹਾ ਜਿੰਨਾ ਦੇਸ਼ ਦੇ ਵਿੱਚ ਹੋ ਰਿਹਾ, ਕਿਉਂਕਿ ਉੱਥੇ ਬਹਿਸ ਦੀ ਗੁੰਜਾਇਸ਼ ਹੀ ਕੋਈ ਨਹੀਂ ਰਹਿ ਜਾਂਦੀ, ਗੱਲ ਤੇ ਕੋਈ ਕਿਸੇ ਦੀ ਸੁਣਦਾ ਨਹੀਂ। ਜਿਹੋ ਜਿਹੇ ਸ਼ਬਦ ਉੱਥੇ ਵਰਤੇ ਜਾਂਦੇ ਨੇ ਉਹਨਾਂ ਨੂੰ ਦੇਖ ਕੇ ਲੱਗਦਾ ਆ ਕਿ ਜਿਹੜੀਆਂ ਤੁਸੀਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਸੀ ਜਾਂ ਜਿਸ ਸਰਦਣ ਦੇ ਉੱਤੇ ਅੰਦਰ ਵੜਨ ਤੋਂ ਪਹਿਲਾਂ ਮੋਦੀ ਸਾਹਿਬ ਨੇ ਸਿਰ ਰੱਖਿਆ ਸੀ, ਆਪਣਾ ਮੱਥਾ ਰੱਖਿਆ ਸੀ, ਆਪਣੇ ਆਪ ਨੂੰ ਸਮਰਪਣ ਕੀਤਾ ਸੀ, ਨਮਨ ਕੀਤਾ ਸੀ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਦੋਂ ਉਹਨਾਂ ਨੇ ਪਹਿਲੀ ਵਾਰੀ ਸੰਸਦ ਦੇ ਵਿੱਚ ਜਾਣਾ ਸੀ, ਉਹ ਮਹਿਜ਼ ਇੱਕ ਚੰਗੀ ਫੋਟੋਗ੍ਰਾਫ ਤੇ ਨਜ਼ਰ ਆਉਂਦੀ ਆ, ਇੱਕ ਚੰਗੀ ਪਿਰਤ ਤਾਂ ਪਾਉਂਦੀ ਲੱਗਦੀ ਆ ਉਹ ਜਿਹੜੀ ਫੋਟੋ ਆ, ਪਰ ਉਸ ਚੀਜ਼ ਦਾ ਜਿਹੜਾ ਆ ਆਧਾਰ ਜਿਹੜਾ ਆ ਉਸ ਚੀਜ਼ ਦੇ ਜਿਹੜੇ ਹੈਗੇ ਨੇ ਕਹਾਣੀ ਉਹ ਅੰਦਰ ਜਾ ਕੇ ਬਿਆਨ ਨਹੀਂ ਹੁੰਦੀ। ਅੰਦਰ ਸਾਰੀਆਂ ਜਿਹੜੀਆਂ ਕਹਾਣੀਆਂ ਨੇ ਉਹ ਕੁਝ ਹੋਰ ਬਿਆਨ ਕਰਦੀਆਂ ਨੇ। ਜੇਕਰ ਅਜਿਹਾ ਹੋਵੇ, ਜੇਕਰ ਲੋਕਤੰਤਰਕ ਕਦਰਾਂ ਕੀਮਤਾਂ ਦੀ ਜਿਹੜੀ ਇਹਨਾਂ ਲੋਕਾਂ ਨੂੰ, ਇਹਨਾਂ ਸਿਆਸਤੀ ਲੋਕਾਂ ਨੂੰ, ਇਹਨਾਂ MLAs ਨੂੰ, MPs ਨੂੰ, ਸਰਕਾਰੀ ਧਿਰ ਨੂੰ, ਵਿਰੋਧੀ ਧਿਰ ਨੂੰ ਫਿਕਰ ਹੋਵੇ ਤੇ ਫਿਰ ਜਦੋਂ ਇੱਕ ਬੰਦੇ ਦੇ ਉੱਤੇ ਇਲਜ਼ਾਮ ਲੱਗ ਗਿਆ, ਸੁਪਰੀਮ ਕੋਰਟ ਦੀ ਬਣਾਈ ਹੋਈ ਸਿੱਟ ਨੇ ਵੀ ਕਹਿ ਦਿੱਤਾ ਜਿੰਨੀਆਂ ਵੀ ਤਰੀਕਾਂ ਇਸ ਕੇਸ ਦੇ ਵਿੱਚ ਪਈਆਂ ਸਾਰੀਆਂ ਦੇ ਵਿੱਚ ਹੀ ਸੁਪਰੀਮ ਕੋਰਟ ਨੇ ਸਰਕਾਰ ਨੂੰ, ਚਾਹੇ ਉਹ ਕੇਂਦਰ ਦੀ ਸਰਕਾਰ ਸੀ ਚਾਹੇ ਉਹ ਰਾਜ ਦੀ ਸਰਕਾਰ ਸੀ, ਉਹਨਾਂ ਨੂੰ ਪੂਰੀ ਝਾੜ ਜਿਹੜੀ ਪਾਈ। ਪਰ ਉਹਦੇ ਬਾਵਜੂਦ ਵੀ ਉਸ ਗ੍ਰਹਿ ਰਾਜ ਮੰਤਰੀ ਤੋਂ ਅਸਤੀਫਾ ਜਿਹੜਾ ਆ ਉਹ ਨਹੀਂ ਲਿਆ ਗਿਆ। ਪਰ ਸ਼ਰਮਾ ਜੀ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਹਾਈ ਕਮਾਂਡ ਜਿਹੜੀ ਹੈ ਉਹ ਇਸ ਮੰਤਰੀ ਤੋਂ ਕਾਫੀ ਖਫਾ ਨਜ਼ਰ ਆ ਰਹੀ ਹੈ। ਕਿਸੇ ਸੀਨੀਅਰ ਆਗੂ ਨੇ ਫੋਨ ਕਰਕੇ ਇਹ ਵੀ ਕਿਹਾ ਸੀ ਕਿ ਭਾਈ ਅੱਗੇ ਤੋਂ ਜ਼ੁਬਾਨ ਥੋੜੀ ਜਿਹੀ ਸੰਭਾਲ ਕੇ ਗੱਲ ਕਰਨੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਆ। ਅਸੀਂ ਕਈ ਵਾਰ ਬਲੈਕ ਤੇ ਵਾਈਟ ਦੇ ਵਿੱਚ ਉਲਝ ਜਾਂਦੇ ਆ, ਸਾਨੂੰ ਗ੍ਰੇ ਕਰੈਕਟਰਸ ਜਿਹੜੇ ਉਹ ਸਮਝ ਨਹੀਂ ਆਉਂਦੇ ਜਾਂ ਸਾਨੂੰ ਉਹ ਬਹੁਤੇ ਪਸੰਦ ਨਹੀਂ ਆਉਂਦੇ। ਪਰ ਰਾਜਨੀਤੀ ਦੇ ਵਿੱਚ ਜਾਂ ਫਿਰ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਦੇ ਆ ਫਿਰ ਇਹਨਾਂ ਨੂੰ ਗ੍ਰੇ ਕਰੈਕਟਰਸ ਦੀ ਜ਼ਿਆਦਾ ਲੋੜ ਹੁੰਦੀ ਹੈ। ਅਸੀਂ ਯੈਸ ਜਾਂ ਨੋ ਵਾਲੀ ਕਹਾਣੀ ਦੇ ਉੱਤੇ ਜ਼ਿਆਦਾ ਚੱਲਦੇ ਹਾਂ, ਜਦ ਕਿ ਇੱਕ ਬਹੁਤ ਪੁਰਾਣੇ ਸਿਆਸਤਦਾਨ ਇਹ ਕਹਿੰਦੇ ਸੀ ਕਿ ਰਾਜਨੀਤੀ ਉਦੋਂ ਹੀ ਚੱਲਦੀ ਹੈ ਜਦੋਂ ਤੱਕ ਤੁਸੀਂ ਕਹਾਣੀ ਨੂੰ ਨਾਲ ਲੈ ਕੇ ਚੱਲੀ ਜਾਓ, ਉਹਨੂੰ ਜਲਦੀ ਮੁੱਕਣ ਨਾ ਦਿਓ। ਠੀਕ ਆ, ਤੁਸੀਂ ਗੱਲ ਦੱਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਕਿ ਉਹਨਾਂ ਨੂੰ ਬਹੁਤ ਸੀਨੀਅਰ ਲੋਕਾਂ ਨੇ ਫੋਨ ਕਰਕੇ ਕਿਹਾ ਕਿ ਤੁਸੀਂ ਆਪਣੀ ਜ਼ੁਬਾਨ 'ਤੇ ਕਾਬੂ ਰੱਖੋ, ਤੁਹਾਡੇ 'ਤੇ ਪਹਿਲਾਂ ਹੀ ਮੁਸ਼ਕਿਲ ਦੌਰ ਹੈ ਤੇ ਤੁਸੀਂ ਆਪਣੀ ਜਿਹੜੀ ਕਹਾਣੀ ਆ ਉਹਨੂੰ ਹੋਰ ਵਿਗੜਨ ਨਾ ਦਿਓ। ਪਰ ਸਵਲੀਨ ਜੀ ਗੱਲ ਤੇ ਇੱਕ ਹੋਰ ਪਾਸੇ ਖੜੀ ਆ। ਬੰਦੇ ਦੇ ਪੁੱਤਰ ਦੇ ਉੱਤੇ ਕਤਲ ਦਾ ਮੁਕੱਦਮਾ ਆ ਤੇ ਬੰਦਾ ਦੇਸ਼ ਦੇ ਵਿੱਚ ਸਭ ਤੋਂ ਵੱਡੀ ਅਹੁਦੇ ਤੇ ਉੱਤੇ, ਸਭ ਤੋਂ ਵੱਡੇ ਦਫ਼ਤਰ ਦੇ ਵਿੱਚ ਅਹੁਦੇ ਤੇ ਬੈਠਾ,
ਦੂਸਰੇ ਜਾਂ ਤੀਸਰੇ ਨੰਬਰ ਦੀ ਉਹਦੀ ਸੀਟ ਬਣਦੀ ਆ ਤੇ ਉਹ ਤੋਂ ਅਸਤੀਫਾ ਲੈ ਲੈਣਾ ਚਾਹੀਦਾ ਉਹਨੂੰ। ਉਹਨੇ ਦਿਨ ਲਈ ਉਸ ਕੇਸ ਤੋਂ, ਉਸ ਅਹੁਦੇ ਤੋਂ ਲਾਂਭੇ ਕਰ ਦਿਓ। ਜੇ 2-4-6 ਮਹੀਨੇ ਦੇ ਵਿੱਚ ਸਾਰੀਆਂ ਘਟਨਾਵਾਂ ਹੱਲ ਹੋ ਜਾਣਗੀਆਂ ਲੋਕਤੰਤਰਿਕ ਪ੍ਰਕਿਰਿਆ ਦੇ ਕਾਨੂੰਨੀ ਪ੍ਰਕਿਰਿਆ ਦੇ ਦੌਰਾਨ, ਜੇਕਰ ਉਹ ਕੇਸ ਖਤਮ ਹੋ ਜਾਂਦਾ ਹੈ ਤੇ ਉਹਨੂੰ ਦੁਬਾਰਾ ਤੁਸੀਂ ਬਣਾ ਦਿਓ। ਅਸੀਂ ਉਹਨੂੰ ਕੋਈ ਵੀ ਐਮਪੀਸ਼ਿਪ ਤੋਂ ਲਾਉਣ ਨੂੰ ਤਾਂ ਕਹਿ ਨਹੀਂ ਰਹੇ ਹਾਲੇ ਤੱਕ। ਕਿਸਾਨ ਜਥੇਬੰਦੀਆਂ ਜਾਂ ਜਿਨ੍ਹਾਂ ਲੋਕਾਂ ਦੇ ਘਰ ਦੇ ਬੱਚੇ ਮਰੇ ਨੇ ਜਾਂ ਜੋ ਸਿੱਟ ਦੀ ਰਿਪੋਰਟ ਆ ਉਹਦੇ ਮੁਤਾਬਕ ਜੇ ਸਾਜ਼ਿਸ਼ ਹੋਈ ਆ, ਪੁੱਤਰ ਨੇ ਸਾਰਾ ਕੁਝ ਕੀਤਾ ਆ, ਗੱਡੀ ਮੰਤਰੀ ਸਾਹਿਬ ਦੀ ਆ ਤੇ ਉਹ ਵੀ ਸਾਜ਼ਿਸ਼ ਦੇ ਦੋਸ਼ੀ ਨੇ। 120(b) ਦੇ ਵਿੱਚ ਉਹਨਾਂ ਦਾ ਨਾਮ ਵੀ FIR ਦੇ ਵਿੱਚ ਹੈ ਤੇ ਉਹਨਾਂ ਨੂੰ ਬਚਾਉਣ ਦੀ ਕੋਈ ਕਹਾਣੀ ਲੱਗਦੀ ਨਹੀਂ। ਪਰ ਸਰਕਾਰ ਦੇ ਜਿਹੜੇ ਮੰਤਰੀ ਨੇ, ਜਿੰਨੇ ਵੀ ਸਪੋਕਸਮੈਨ ਨੇ, ਉਹ ਵੱਖ-ਵੱਖ ਚੈਨਲਸ ਤੇ ਬੋਲਦੇ ਨੇ ਕਿ ਕਾਨੂੰਨ ਆਪਣਾ ਕੰਮ ਕਰੇਗਾ ਤੇ ਫਿਰ ਇਹ ਗੱਲ ਦੱਸਦੇ ਨਜ਼ਰ ਨਹੀਂ ਆਉਂਦੇ ਕਿ ਕਾਨੂੰਨ ਆਪਣਾ ਕੰਮ ਕਿਵੇਂ ਕਰੇਗਾ, ਕਿਉਂਕਿ ਕਾਨੂੰਨ ਸਾਰੇ ਨੂੰ ਕੰਟਰੋਲ ਕਰਨ ਵਾਲਾ ਜਿਹੜਾ ਆ ਉਹ ਡਿਪਾਰਟਮੈਂਟ ਆਫ ਹੋਮ ਅਫੇਅਰਸ ਆ ਤੇ ਉਹਦੇ ਵਿੱਚ ਹੀ ਉਹ ਗ੍ਰਹਿ ਰਾਜ ਮੰਤਰੀ ਆ। ਫਿਰ ਕਾਨੂੰਨ ਨੂੰ ਤੁਸੀਂ ਆਪਣਾ ਕੰਮ ਕਿਵੇਂ ਕਰਨ ਦਿਓਗੇ ਜੀ। ਤੇ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਆਸ਼ੀਸ਼ ਮਿਸ਼ਰਾ ਜਿਹੜਾ ਹੈਗਾ ਆ, ਉਹਦਾ ਜਿਹੜਾ ਬਾਪ ਆ ਅਜੇ ਮਿਸ਼ਰਾ, ਉਹ ਇੱਕ ਅਪਰਾਧੀ ਆ ਤੇ ਅਪਰਾਧੀ ਨੂੰ ਲੋਕ ਸਭਾ ਦੇ ਵਿੱਚ ਨਾ ਬੈਠਣ ਦਿਓ ਜਾਂ ਉਹਨੂੰ ਉਹਦੀ ਜਿਹੜੀ ਕੁਰਸੀ ਆ ਉਹ ਲੈ ਲਈ ਜਾਵੇ। ਸਵਲੀਨ ਜੀ, ਉਹ ਜਿਹੜਾ ਅਪਰਾਧੀ ਸ਼ਬਦ ਆ, ਜਦੋਂ ਅਸੀਂ ਉਹਦੀ ਘੋਖ ਪੜਤਾਲ ਕੀਤੀ ਤੇ ਗੱਲ ਇਹ ਸਮਝ ਆਈ ਕਿ ਇਹਨਾਂ ਦੀ ਹੀ ਕੈਬਨਿਟ ਦੇ ਵਿੱਚ 40% ਤੋਂ ਜ਼ਿਆਦਾ ਲੋਕ ਅਪਰਾਧੀ ਛਵੀ ਵਾਲੇ ਨੇ। ਅਪਰਾਧੀ ਛਵੀ ਵਾਲੇ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਉਹਨਾਂ ਦੇ ਉੱਤੇ ਵੱਖ-ਵੱਖ ਧਾਰਾਵਾਂ ਦੇ ਉੱਤੇ ਕੇਸ ਦਰਜ ਨੇ। ਜੇ ਸਾਰਿਆਂ ਦੀ ਕਹਾਣੀ ਛੱਡ ਵੀ ਦਈਏ, ਜੇ ਅਸੀਂ ADR ਜਿਹੜੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਨਾਂ ਦੀ ਸੰਸਥਾ ਜਿਹੜੀ ਬਹੁਤ ਸਾਰੀਆਂ ਚੀਜ਼ਾਂ ਜਾਰੀ ਕਰਦੀ ਆ, ਜਿਹੜੇ IRTI ਤੋਂ ਬਹੁਤ ਸਾਰੀਆਂ ਇਨਫੋਰਮੇਸ਼ਨ ਲੈਂਦੇ ਰਹਿੰਦੇ ਨੇ, ਤੇ ਜੇਕਰ ਮੈਂ ਸਿਰਫ ਹੋਮ ਮਿਨਿਸਟਰੀ ਦੀ ਹੀ ਗੱਲ ਕਰਾਂ, ਅਮਿਤ ਸ਼ਾਹ ਦੇ ਉੱਪਰ ਕੇਸ ਚੱਲਦੇ ਰਹੇ ਨੇ, ਬੜਾ ਲੰਬਾ ਚੌੜਾ ਰਿਹਾ। ਬਾਅਦ ਵਿੱਚ ਹਾਲਾਂਕਿ ਉਹਨਾਂ ਸਾਰੀਆਂ ਚੀਜ਼ਾਂ ਚੋਂ ਬਰੀ ਹੋ ਗਏ ਤੇ ਪਿੱਛੇ ਜੇ ਜਦੋਂ ਇਹਨਾਂ ਨੇ ਸੁਪਰੀਮ ਕੋਰਟ ਦੇ ਜੱਜ ਲਾਏ ਸੀ ਉਦੋਂ ਵੀ ਰੌਲਾ ਪਿਆ ਸੀਗਾ ਕਿ ਜਿਹੜੇ ਸੀਨੀਅਰ ਜੱਜ ਸੀ ਉਹਨਾਂ ਨੂੰ ਨਹੀਂ ਲਾਇਆ ਗਿਆ। ਤੇ ਕਹਾਣੀ ਪਿੱਛੋਂ ਕਿਤੋਂ ਨਿਕਲ ਕੇ ਆਈ ਸੀ ਕਿ ਜਦੋਂ ਅਮਿਤ ਸ਼ਾਹ ਗੁਜਰਾਤ ਦੇ ਵਿੱਚ MLA ਹੁੰਦੇ ਸੀ ਤੇ ਉੱਥੇ ਵੀ ਉਹ ਹੋਮ ਮਿਨਿਸਟਰ ਸੀ ਤੇ ਉਦੋਂ ਇੱਕ ਜੱਜ ਨੇ ਉਹਨਾਂ ਨੂੰ ਬੇਲ ਨਹੀਂ ਸੀ ਦਿੱਤੀ ਤੇ ਉਸ ਬੇਲ ਨਾ ਦੇਣ ਕਰਕੇ ਉਸ ਜੱਜ ਨੂੰ ਹੁਣ ਸੁਪਰੀਮ ਕੋਰਟ ਦੇ ਵਿੱਚ ਨਹੀਂ ਲਾਇਆ ਗਿਆ। ਤੇ ਇਹਨਾਂ ਦੇ ਹੀ ਆਫਿਸ ਦੇ ਵਿੱਚ ਇੱਕ ਹੋਰ ਨੇ ਜਿਹੜੇ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੇ ਬੈਠੇ ਨੇ, ਉਹ ਵੈਸਟ ਬੰਗਾਲ ਤੋਂ ਆਉਂਦੇ ਨੇ। ਕਹਾਣੀ ਉਹਨਾਂ ਨਾਲ ਵੀ ਇਹੋ ਜਿਹੀ ਹੀ ਜੁੜੀ ਹੋਈ ਆ। ਸੋ ਤੁਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ ਕਿ ਜਦੋਂ ਅਸੀਂ ਚੋਣ ਸੁਧਾਰਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਰਾਜਨੀਤੀ ਦੇ ਵਿੱਚ ਚੰਗੇ ਲੋਕਾਂ ਦੇ ਆਉਣ ਦੀ ਗੱਲ ਕਰਦੇ ਹਾਂ ਤੇ ਉਸ ਪਾਇਦਾਨ ਦੇ ਉੱਤੇ, ਉਸ ਕ੍ਰੈਡੀਬਿਲਿਟੀ ਦੇ ਉੱਤੇ ਇਹ ਸਰਕਾਰ ਕਿੱਥੇ ਠਹਿਰਦੀ ਆ, ਜਿੱਥੇ ਗ੍ਰਹਿ ਮੰਤਰੀ ਤੇ ਦੋਨੋਂ ਹੀ ਗ੍ਰਹਿ ਰਾਜ ਮੰਤਰੀ ਜਿਹੜੇ ਨੇ ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਆ ਉਹ ਬਾਹੂਬਲੀ ਜਾਂ ਅਪਰਾਧਿਕ ਛਵੀ ਵਾਲਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸਾਡੇ ਸਾਹਮਣੇ ਇਸੇ ਚੀਜ਼ ਦੇ ਨਾਲ ਲੈ ਕੇ ਆਉਂਦੀਆਂ ਕਿ ਚੋਣ ਜਦੋਂ ਹੁੰਦੀ ਆ, ਜਦੋਂ MP ਜਾਂ MLA ਜਾਂ ਰਾਜ ਸਭਾ ਦੇ ਮੈਂਬਰ ਚੁਣੇ ਜਾਂਦੇ ਨੇ, ਫਿਰ ਪਾਰਟੀਆਂ ਲਈ ਜਿਹੜੀ ਆ ਉਹ ਕਹਾਣੀ ਇੱਥੇ ਹੀ ਰਹਿ ਜਾਂਦੀ ਆ ਕਿ ਕਿਹੜੀ ਸ਼ਕਲ ਜਿਹੜੀ ਆ ਉਹ ਕਿੱਥੋਂ ਚੋਣ ਜਿੱਤ ਕੇ ਆ ਸਕਦੀ ਆ। ਉਹਦਾ ਚੰਗਾ ਹੋਣਾ, ਉਹਦਾ ਮਾੜਾ ਹੋਣਾ, ਉਹਦਾ ਇੱਕ ਚੰਗੇ ਕਿਰਦਾਰ ਵਾਲਾ ਹੋਣਾ, ਉਹਦੇ ਤੇ ਕੋਈ ਅਪਰਾਧਿਕ ਰਿਕਾਰਡ ਹੋਣਾ ਜਾਂ ਨਾ ਹੋਣਾ ਜਿਹੜਾ ਆ ਉਹ ਮਾਇਨੇ ਨਹੀਂ ਰੱਖਦਾ। ਜਦ ਕਿ ਚੋਣ ਸੁਧਾਰਾਂ ਦੇ ਵਿੱਚ ਇਸ ਗੱਲ ਦੀ ਬਹੁਤ ਹੀ ਗੰਭੀਰ ਲੋੜ ਆ ਕਿ ਜੇਕਰ ਕਿਸੇ ਵੀ ਬੰਦੇ ਦੇ ਉੱਤੇ ਕੋਈ ਇਹੋ ਜਿਹਾ ਕੇਸ ਚੱਲਦਾ ਆ, ਜੇਕਰ ਉਹਨੂੰ ਕਿਸੇ ਅਦਾਲਤ ਨੇ ਦੋਸ਼ੀ ਘੋਸ਼ਿਤ ਕੀਤਾ ਹੋਇਆ ਤੇ ਫਿਰ ਉਹਨੂੰ ਲੈ ਕੇ ਇਹਨਾਂ ਚੀਜ਼ਾਂ ਦੇ ਉੱਤੇ ਇੱਕ ਸਾਫ਼ ਸੁਥਰੀ ਜਿਹੜੀ ਕਹਾਣੀ ਆ ਉਹ ਫਿੱਟ ਕੀਤੀ ਜਾਵੇ, ਕਾਨੂੰਨਾਂ ਦੇ ਵਿੱਚ ਲੋੜੀਂਦੀ ਸੋਧ ਕੀਤੀ ਜਾਵੇ ਕਿ ਉਹਨਾਂ ਬੰਦਿਆਂ ਨੂੰ ਚੋਣ ਲੜਨ ਦੀ ਹੀ ਇਜਾਜ਼ਤ ਜਿਹੜੀ ਆ ਉਹ ਨਾ ਦਿੱਤੀ ਜਾਵੇ। ਹਾਲਾਂਕਿ ਅਸੀਂ ਬਾਅਦ ਵਿੱਚ ਇਹ ਕਹਿ ਦਿੰਦੇ ਆ ਕਿ ਕਿਉਂਕਿ ਜਿਹੜੇ ਆ ਉਹ ਦੋਸ਼ ਸਾਬਤ ਨਹੀਂ ਹੋਏ ਸੀ ਇਸ ਕਰਕੇ ਇਦਾਂ ਹੋ ਗਿਆ, ਤੇ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਤੇ ਫਿਰ ਕਿਉਂ ਕਿਸੇ ਵੀ ਅਜਿਹੇ ਬੰਦੇ ਨੂੰ ਤੁਸੀਂ ਹੋਰ ਕਿਸੇ ਵੀ ਸਰਕਾਰੀ ਨੌਕਰੀ 'ਚ ਨਹੀਂ ਰੱਖਦੇ ਜਿਹਦੇ ਤੇ FIR ਦਰਜ ਹੋਵੇ। ਤੇ ਫਿਰ ਇਹ ਸਾਰੀਆਂ ਚੀਜ਼ਾਂ ਜਦੋਂ ਬਾਕੀ ਸਾਰੇ ਸਿਸਟਮਸ ਦੇ ਵਿੱਚ, ਬਾਕੀ ਸਾਰੇ ਤੰਤਰਾਂ ਦੇ ਵਿੱਚ, ਬਾਕੀ ਸਾਰੇ ਮਹਿਕਮਿਆਂ ਦੇ ਵਿੱਚ ਲਾਗੂ ਹੁੰਦੀਆਂ ਨੇ, ਫਿਰ ਕਿਉਂ ਇਹਨਾਂ ਲੋਕਾਂ ਲਈ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹ ਦੇਸ਼ ਦੀ ਸਰਵਉੱਚ ਸੰਸਥਾ ਦੇ ਵਿੱਚ ਜਾਣ ਸਮੇਂ ਲਾਗੂ ਨਹੀਂ ਹੁੰਦੀਆਂ, ਚਾਹੇ ਉਹ ਵਿਧਾਨ ਪਾਲਿਕਾਵਾਂ ਨੇ ਤੇ ਚਾਹੇ ਉਹ ਲੋਕ ਸਭਾ ਹੈ। ਜੀ ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਅਸੀਂ ਸਰਦਰੁੱਤ ਸੈਸ਼ਨ ਦੀ ਕਰ ਰਹੇ ਹਾਂ ਤੇ ਭਾਜਪਾ ਦੇ ਇੱਕ MP ਨਿਸ਼ੀਕਾਂਤ ਦੁਬੇ ਨੇ ਵੀ ਆਪਣੀ ਅਕਲ ਦਾ ਪ੍ਰਦਰਸ਼ਨ ਕੀਤਾ ਹੈ। ਕੀ ਹੈ ਜੀ ਪੂਰਾ ਮਾਮਲਾ? ਝਾਰਖੰਡ ਤੋਂ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਦੇ ਵਿੱਚ ਨਿਸ਼ੀਕਾਂਤ ਦੁਬੇ ਸੁਪ੍ਰਿਆ ਸੂਲੇ ਨਾਲ ਉਹਨਾਂ ਦੀ ਕਿਸੇ ਸਵਾਲ ਦੇ ਵਿੱਚ ਜਵਾਬ ਦੇ ਰਹੇ ਸੀ, ਉਹ ਜਾਂ ਉਹਨਾਂ ਦਾ ਆਪਣਾ ਸਵਾਲ ਸੀ ਉੱਥੇ,
ਆਰਟੀਆਈ ਕਾਨੂੰਨ ਨੂੰ ਲੈ ਕੇ ਤੇ ਮਨਰੇਗਾ ਜਿਹੜੀ ਹੈਗੀ ਆ ਮਹਾਤਮਾ ਗਾਂਧੀ ਨੈਸ਼ਨਲ ਰੁਜ਼ਗਾਰ ਗਰੰਟੀ ਯੋਜਨਾ ਉਹਦੇ ਤੇ ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਆਰਟੀਆਈ ਜਿਹੜਾ ਆ ਕਾਨੂੰਨ ਆ ਉਹਦੇ ਨਾਲ ਦੇਸ਼ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਜਿਹੜਾ ਆ ਉਹ ਵਧਿਆ ਤੇ ਹਰ ਡਿਪਾਰਟਮੈਂਟ ਦੇ ਵਿੱਚ ਹਰ ਬਲਾਕ ਲੈਵਲ ਦੇ ਉੱਤੇ ਵਿਚੋਲੇ ਜਿਹੜੇ ਨੇ ਉਹ ਪੈਦਾ ਹੋ ਗਏ ਨੇ। ਤੇ ਮਨਰੇਗਾ ਬਾਰੇ ਉਹਨਾਂ ਦਾ ਕਹਿਣਾ ਇਹ ਸੀ ਕਿ ਇਹਦੇ ਨਾਲ ਵੀ ਕੋਈ ਫਾਇਦਾ ਭਾਰਤ ਦੇ ਵਿੱਚ ਜਿਹੜਾ ਉਹ ਨਹੀਂ ਹੋਇਆ, ਬਲਕਿ ਇਹਦੇ ਨਾਲ ਜਿਹੜਾ ਹੈਗਾ ਭ੍ਰਿਸ਼ਟਾਚਾਰ ਆ ਉਹ ਵਧਿਆ। ਸਵਲੀਨ ਜੀ, ਜੇ ਅਸੀਂ ਇਹਨਾਂ ਦੋਨਾਂ ਕਾਨੂੰਨਾਂ ਦੀ ਗੱਲ ਕਰੀਏ ਤੇ ਉਹ ਪਿਛਲੀ ਸਰਕਾਰ ਜਿਹੜੀ ਆ ਕਾਂਗਰਸ ਦੇ ਸਮੇਂ ਦੀ ਆ ਉਹਦੇ ਬਣਾਏ ਹੋਏ ਨੇ। ਆਰਟੀਆਈ ਐਕਟ ਦੀ ਜਿੰਨੀ ਕੁ ਪ੍ਰਸ਼ੰਸਾ ਭਾਰਤ ਵਿੱਚ ਹੋਈ ਆ ਤੇ ਜਿੰਨੀ ਕੁ ਵਰਤੋਂ ਭਾਰਤ ਵਿੱਚ ਹੋਈ ਆ, ਉਸ ਤੋਂ ਜ਼ਿਆਦਾ ਸ਼ਾਇਦ ਹੀ ਕਿਸੇ ਕਾਨੂੰਨ ਦੀ ਵਰਤੋਂ ਭਾਰਤ ਵਿੱਚ ਹੋਈ ਹੋਵੇ। ਭਾਰਤ ਦੇ ਹਰ ਡਿਪਾਰਟਮੈਂਟ ਪੀਐਮਓ ਆਫਿਸ ਤੋਂ ਲੈ ਕੇ ਪੰਚਾਇਤ ਲੈਵਲ ਤੱਕ ਹਰ ਚੁਣੇ ਹੋਏ ਡਿਪਾਰਟਮੈਂਟ ਦੇ ਵਿੱਚ ਆਰਟੀਆਈ ਜਿਹੜੀ ਆ ਉਹ ਪਾਈ ਜਾਂਦੀ ਆ ਤੇ ਇਹਨੂੰ ਬਹੁਤ ਵਧੀਆ ਕਾਨੂੰਨ ਭਾਰਤ ਵਿੱਚ ਬਣੇ ਹੋਏ ਸਾਰੇ ਕਾਨੂੰਨਾਂ ਦੇ ਵਿੱਚ ਹੁਣ ਤੱਕ ਇਸ ਗੱਲ ਲਈ ਮੰਨਿਆ ਗਿਆ ਕਿ ਇਹਦੇ ਨਾਲ ਸਰਕਾਰੀ ਤੰਤਰ ਦੇ ਵਿੱਚ ਪਾਰਦਰਸ਼ਤਾ ਲਿਆਉਣ ਦੇ ਵਿੱਚ ਵੱਡੀ ਜਿਹੜੀ ਮਦਦ ਉਹ ਮਿਲੀ ਆ। ਤੇ ਮੈਂਬਰ ਪਾਰਲੀਮੈਂਟ ਦਾ ਇਹ ਕਹਿਣਾ ਕਿ ਇਸ ਕਾਨੂੰਨ ਦੇ ਨਾਲ ਵਿਚੋਲੀਏ ਪੈਦਾ ਹੋਏ ਨੇ, ਹੋ ਸਕਦਾ ਉਹਨਾਂ ਦੀ ਸਮਝ ਦੇ ਮੁਤਾਬਕ ਜਾਂ ਉਹਨਾਂ ਦੀ ਜਾਣਕਾਰੀ ਦੇ ਵਿੱਚ ਇਸ ਗੱਲ ਦੀ ਕੋਈ ਕਹਾਣੀ ਹੋਵੇ, ਪਰ ਗੱਲ ਫਿਰ ਸਵਲੀਨ ਜੀ ਉਹੀ ਆ ਕਿ ਕੀ ਉਸ ਯੋਜਨਾ ਦਾ ਇਹ ਕਸੂਰ ਆ ਜਾਂ ਤੁਹਾਡੇ ਜਿਹੜੇ ਆਲੇ ਦੁਆਲੇ ਸਿਸਟਮ ਦੇ ਵਿੱਚ ਲੋਕ ਨੇ ਉਹਨਾਂ ਯੋਜਨਾਵਾਂ ਨੂੰ ਸਫਲ ਨਹੀਂ ਹੋਣ ਦਿੰਦੇ। ਆਰਟੀਆਈ ਕਾਨੂੰਨ ਨੇ ਮੇਰੀ ਜਾਣਕਾਰੀ ਦੇ ਮੁਤਾਬਕ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਲੈ ਕੇ ਆਂਦੀਆਂ, ਚਾਹੇ ਉਹ ਪ੍ਰਧਾਨ ਮੰਤਰੀ ਦੇ ਜਹਾਜ਼ ਦੀ ਕੀਮਤ ਹੋਵੇ, ਚਾਹੇ ਉਹ ਰੱਖਿਆ ਸਮਝੌਤਿਆਂ ਦੀ ਕੋਈ ਗੱਲ ਹੋਵੇ, ਚਾਹੇ ਉਹ ਪੈਗਾਸਸ ਮਾਮਲਾ ਹੋਵੇ, ਚਾਹੇ ਉਹ ਚੋਣਾਂ ਦੇ ਵਿੱਚ ਹੁੰਦੇ ਖਰਚੇ ਦੀ ਗੱਲ ਹੋਵੇ, ਚਾਹੇ ਉਹ ਇੱਕ ਪੰਚਾਇਤ ਨੂੰ ਪਿਛਲੇ 5 ਸਾਲਾਂ 'ਚ ਮਿਲੇ ਹੋਏ ਫੰਡ ਤੇ ਉਹਨਾਂ ਦੀ ਵਰਤੋਂ ਦੀ ਗੱਲ ਹੋਵੇ। ਇੱਕ ਪਿੰਡ ਦਾ ਬੰਦਾ ਵੀ ਇੱਕ ਆਪਣੀ ਪੰਚਾਇਤ ਨੂੰ ਹੀ 5 ਸਾਲ ਦੀ ਆਰਟੀਆਈ ਜਾਂ ਸਾਲ ਦੀ ਆਰਟੀਆਈ ਜਾਂ ਕਿਸੇ ਖਾਸ ਇੱਕ ਮਤੇ ਲਈ ਵੀ ਆਰਟੀਆਈ ਪਾ ਕੇ ਉਹ ਹਰ ਚੀਜ਼ ਨੂੰ ਜਾਣਕਾਰੀ ਦਾ ਜਿਹੜਾ ਆ ਉਹ ਹੱਕ ਰੱਖਦਾ ਸੀ। ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ ਕਿ ਕੇਸਾਂ ਦੇ ਵਿੱਚ ਵਾਧਾ ਜ਼ਰੂਰ ਹੋਇਆ ਹੋਵੇਗਾ ਅਦਾਲਤਾਂ ਦੇ ਵਿੱਚ, ਪਰ ਉਹਦਾ ਇੱਕ ਬੈਨੀਫਿਟ ਜਿਹੜਾ ਆ ਉਹ ਲੰਬੇ ਸਮੇਂ ਦੇ ਵਿੱਚ ਲੰਬੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ ਕਿ ਜਿਸ ਤਰੀਕੇ ਦੇ ਨਾਲ ਪਾਰਦਰਸ਼ਤਾ ਵਧੀ ਆ ਉਸ ਤਰੀਕੇ ਦੇ ਨਾਲ ਫਿਰ ਲੋਕਾਂ ਦੇ ਵਿੱਚ ਜਾਂ ਅਫਸਰਾਂ ਦੇ ਵਿੱਚ ਇਸ ਚੀਜ਼ ਦਾ ਇੱਕ ਜਿਹੜਾ ਡਰ ਦਾ ਮਾਹੌਲ ਵੀ ਹੈ ਕਿ ਜੇਕਰ ਤੁਸੀਂ ਕੁਝ ਗਲਤ ਕਰਦੇ ਆ, ਜੇਕਰ ਤੁਸੀਂ ਕਿਤੇ ਕੋਈ ਸਿਗਨੇਚਰ ਗਲਤ ਕਰਦੇ ਆ, ਜੇਕਰ ਤੁਸੀਂ ਕੁਝ ਰੁਪਈਆ ਇੱਧਰ ਉੱਧਰ ਖੁਰਦ-ਬੁਰਦ ਕਰਦੇ ਆ ਤੇ ਕੱਲ ਆਰਟੀਆਈ ਦੇ ਨਾਲ ਤੁਹਾਡੀ ਜਿਹੜੀ ਹੈ ਗੱਲ ਉਹ ਸਾਹਮਣੇ ਆ ਸਕਦੀ ਆ। ਇਹ ਗੱਲ ਬਿਲਕੁਲ ਠੀਕ ਆ ਕਿ ਇਹਦੇ ਨਾਲ ਬਹੁਤਾ ਕੁਝ ਠੀਕ ਨਹੀਂ ਹੋਇਆ ਜਾਂ ਬਹੁਤ ਸਾਰੀਆਂ ਚੀਜ਼ਾਂ ਸੁਧਰ ਨਹੀਂ ਗਈਆਂ ਜਾਂ ਸਾਰੀਆਂ ਹੀ ਕਾਲੀਆਂ ਜਿਹੜੀਆਂ ਕਹਾਣੀਆਂ ਸੀ ਖਤਮ ਹੋ ਕੇ ਅੱਗੇ ਤੋਂ ਚਿੱਟੀਆਂ ਬਣਨੀਆਂ ਨਹੀਂ ਸ਼ੁਰੂ ਹੋ ਗਈਆਂ, ਪਰ ਇਹ ਕਹਿ ਦੇਣਾ ਕਿ ਇਸ ਕਾਨੂੰਨ ਦੇ ਨਾਲ ਫਾਇਦਾ ਨਹੀਂ ਹੋਇਆ ਜਾਂ ਇਸ ਕਾਨੂੰਨ ਦੇ ਨਾਲ ਵਿਚੋਲੀਏ ਪੈਦਾ ਹੋਏ ਨੇ, ਇਹ ਜਿਹੜੀ ਗੱਲ ਆ ਉਹ ਠੀਕ ਨਹੀਂ ਜਾਪਦੀ। ਬਿਲਕੁਲ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਮਨਰੇਗਾ ਦੀ ਗੱਲ ਕੀਤੀ। ਸਾਰੀ ਦੁਨੀਆ ਦੇ ਵਿੱਚ ਇਸ ਯੋਜਨਾ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਸ਼ਲਾਘਾ ਹੋਈ ਕਿ ਇਹ ਇੱਕ ਐਸੀ ਯੋਜਨਾ ਸੀ ਜਿਹਦੇ ਨਾਲ ਜਿਸ ਬੰਦੇ ਨੂੰ ਰੁਜ਼ਗਾਰ ਨਹੀਂ ਮਿਲਦਾ ਸੀ ਸਰਕਾਰ ਉਹਦੀ ਰੁਜ਼ਗਾਰ ਦੀ ਗਰੰਟੀ ਦਿੰਦੀ ਸੀ। ਹਾਲਾਂਕਿ ਇਹਦੇ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਪੈਸੇ ਖਰਚੇ ਜਾਂਦੇ ਸੀ। ਜਦੋਂ ਇਹ ਸਰਕਾਰ ਜਿਹੜੀ ਆ ਉਹ ਸੱਤਾ ਦੇ ਵਿੱਚ ਨਹੀਂ ਸੀ ਤੇ ਇਹ ਉਸ ਸਕੀਮ ਦਾ ਜਿਹੜਾ ਆ ਉਹ ਠੀਕਰਾ ਭੰਨਦੇ ਸੀ ਕਿ ਚੰਗੀ ਸਕੀਮ ਨਹੀਂ ਹੈ, ਪਰ ਜਿਸ ਦਿਨ ਸੱਤਾ ਪਰਿਵਰਤਨ ਹੋਇਆ, ਮਨਮੋਹਨ ਸਿੰਘ ਤੋਂ ਬਾਅਦ ਨਰਿੰਦਰ ਮੋਦੀ ਨੇ ਸੱਤਾ ਸੰਭਾਲੀ ਆ ਤੇ ਉਹਨਾਂ ਨੇ ਇਸ ਸਕੀਮ ਦੀ ਜਿਹੜੀ ਆ ਉਹ ਬਹੁਤ ਉਦਘੋਸ਼ ਕੀਤਾ, ਬਹੁਤ ਜੈ ਕੀਤੀ ਕਿ ਬਹੁਤ ਚੰਗੀ ਸਕੀਮ ਹੈ ਤੇ ਉਹਨੂੰ ਲਾਗੂ ਰੱਖਿਆ। ਹਾਲਾਂਕਿ ਕੁਝ ਸਮੇਂ ਤੋਂ ਬਾਅਦ ਵਿੱਚ ਉਹਨਾਂ ਨੇ ਫੰਡਿੰਗ ਦੇ ਵਿੱਚ ਕਟੌਤੀ ਜ਼ਰੂਰ ਕੀਤੀ ਤੇ ਇਸ ਗੱਲ ਦੇ ਨਾਲ ਅਸੀਂ ਸਹਿਮਤ ਹਾਂ ਕਿ ਉਹਦੇ ਵਿੱਚ ਭ੍ਰਿਸ਼ਟਾਚਾਰ ਜ਼ਰੂਰ ਹੋਇਆ ਹੋਵੇਗਾ। ਪੰਚਾਇਤ ਲੈਵਲ ਦੇ ਉੱਤੇ ਕਈ ਵਾਰ ਇਸ ਤਰ੍ਹਾਂ ਦੀਆਂ ਕਹਾਣੀਆਂ ਸਾਡੇ ਸਾਹਮਣੇ ਆਈਆਂ ਕਿ ਇੱਕ ਪੰਚਾਇਤ ਨੇ ਕੁਝ ਲੋਕਾਂ ਨੂੰ ਮਨਰੇਗਾ ਸਕੀਮ ਦੇ ਵਿੱਚ ਗਰੰਟੀ ਦੇ ਵਿੱਚ ਰੁਜ਼ਗਾਰ ਦੇ ਉੱਤੇ ਰੱਖਿਆ ਤੇ ਕੁਝ ਲੋਕਾਂ ਦੀਆਂ ਜਿਹੜੀਆਂ ਹਾਜ਼ਰੀਆਂ ਫਰਜ਼ੀ ਲੱਗਦੀਆਂ ਰਹੀਆਂ ਤੇ ਉਹ ਜਿਹੜੇ ਪੈਸੇ ਸੀ ਉਹ ਪੰਚਾਇਤਾਂ ਖਾਂਦੀਆਂ ਰਹੀਆਂ ਜਾਂ ਕੁਝ ਇਹੋ ਜਿਹੀਆਂ ਘਟਨਾਵਾਂ ਹੋਈਆਂ। ਬੀਤੇ ਦੇ ਵਿੱਚ ਅਸੀਂ ਇੱਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਗਏ ਤੇ ਉੱਥੇ ਸਾਨੂੰ ਇੱਕ ਸਟੂਡੈਂਟ ਮਿਲੀ ਜਿਹੜੀ ਕਿ ਮਨਰੇਗਾ ਦੇ ਉੱਤੇ PhD ਕਰ ਰਹੀ ਸੀ। ਉਹਨੇ ਸਾਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਨਾਲ ਦੱਸਿਆ। ਉਹਨੇ ਵੀ ਕਿਹਾ ਕਿ ਇਹਦੇ ਨਾਲ ਭ੍ਰਿਸ਼ਟਾਚਾਰ ਦੇ ਵਿੱਚ ਕਾਫੀ ਵਾਧਾ ਹੋਇਆ, ਪਰ ਨਾਲ ਦੀ ਨਾਲ ਉਹਦਾ ਅਗਲਾ ਪੁਆਇੰਟ ਇਹ ਵੀ ਸੀਗਾ ਸਵਲੀਨ ਜੀ ਕਿ ਇਹਦੇ ਵਿੱਚ ਇਸ ਸਕੀਮ ਦਾ ਕੋਈ ਕਸੂਰ ਨਹੀਂ ਹੈਗਾ। ਕਸੂਰ ਉਹਨਾਂ ਲੋਕਾਂ ਦਾ ਹੈ ਜਿਹੜੇ ਇਹਨੂੰ ਲਾਗੂ ਕਰਵਾ ਰਹੇ ਨੇ, ਉਹਨਾਂ ਨੇ ਇਹਦੇ ਵਿੱਚ ਚੋਰ ਮੋਰੀਆਂ ਲੱਭ ਲਈਆਂ, ਪਰ ਇਸ ਗੱਲ ਲਈ ਫਿਰ ਤੁਸੀਂ ਸਕੀਮ ਦਾ ਕਸੂਰ ਨਹੀਂ ਕੱਢ ਸਕਦੇ। ਜ਼ਾਹਿਰਾ ਤੌਰ 'ਤੇ ਜਿਹੜੀ ਮਨਰੇਗਾ ਸੀ ਉਹ ਇੱਕ ਚੰਗੀ ਯੋਜਨਾ ਆ, ਹਾਲੇ ਵੀ ਚੱਲ ਰਹੀ ਆ ਤੇ ਕੋਵਿਡ ਦੇ ਦੌਰਾਨ ਵੀ ਅਸੀਂ ਦੇਖਿਆ ਕਿ ਉਹਦਾ ਬੜਾ ਲੰਬਾ ਚੌੜਾ ਬੈਨੀਫਿਟ ਆਮ ਲੋਕਾਂ ਨੂੰ ਹੋਇਆ ਜਿਹੜੇ ਕੰਮ ਕਰਦੇ ਸੀ ਆਪਣੇ ਪਿੰਡ ਦੇ ਵਿੱਚ। ਬਹੁਤ ਸਾਰੀਆਂ ਸਕੀਮਾਂ ਦੇ ਵਿੱਚ ਉਹਨਾਂ ਲੋਕਾਂ ਦੀ ਜਿਹੜੀ ਆ ਲੇਬਰ ਦੀ ਵਰਤੋਂ, ਜਿਹੜੀ ਮਿਹਨਤ ਦੀ ਵਰਤੋਂ, ਉਹਨਾਂ ਦੇ ਦਿਨਾਂ ਦੀ ਵਰਤੋਂ ਕੀਤੀ ਜਾਂਦੀ ਆ। ਉਹਦੇ ਨਾਲ ਪੰਚਾਇਤ ਦੇ ਬਹੁਤ ਸਾਰੇ ਕੰਮਾਂ ਨੂੰ ਉਹਦੇ 'ਚ ਜਿਹੜਾ ਰੁਜ਼ਗਾਰ ਮਿਲਦਾ ਤੇ ਨਾਲ ਦੀ ਨਾਲ ਪੰਚਾਇਤ ਦੇ ਆਪਣੇ ਕੰਮ ਵੀ ਹੁੰਦੇ ਆ।
ਮੈਨੂੰ ਯਾਦ ਆ ਜਦੋਂ ਇਹ ਯੋਜਨਾ ਲਾਗੂ ਹੋਈ ਸੀ ਉਦੋਂ ਜਿਹੜਾ ਸਾਡਾ ਫਿੱਕੀ ਆ, ਜਿਹੜਾ ਫੈਡਰੇਸ਼ਨ ਆਫ ਇੰਡੀਅਨ ਚੈਂਬਰ ਐਂਡ ਕਾਮਰਸ ਆ, ਉਹਨਾਂ ਨੇ ਭਾਰਤ ਸਰਕਾਰ ਨੂੰ ਕਿਹਾ ਸੀਗਾ ਕਿ ਇਹ ਇੱਕ ਬਹੁਤ ਹੀ ਚੰਗੀ ਯੋਜਨਾ ਆ। ਚੰਗਾ ਹੋਵੇ ਜੇ ਤੁਸੀਂ ਇਸ ਯੋਜਨਾ ਦੇ ਅਧੀਨ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਕੰਮ ਕਰਵਾਉਣ ਦੇ ਨਾਲ ਇੰਡਸਟਰੀ ਦੇ ਵਿੱਚ ਵੀ ਲੇਬਰ ਪ੍ਰੋਵਾਈਡ ਕਰਾਓ ਤੇ ਤੁਹਾਡਾ ਸਾਡੀ ਜਿਹੜੀ ਇੰਡਸਟਰੀ ਦੀ ਕਾਸਟ ਆ ਉਹਦੇ 'ਚ ਘੱਟ ਹੋ ਸਕਦੀ ਕਾਸਟ ਥੋੜੀ ਬਹੁਤ, ਤੇ ਸਾਡੀ ਪ੍ਰੋਡਕਸ਼ਨ ਜਿਹੜੀ ਆ, ਨੈਸ਼ਨਲ ਪ੍ਰੋਡਕਸ਼ਨ ਆ, GDP ਜਿਹੜੀ ਆ, ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ, ਉਹਦੇ ਵਿੱਚ ਵੀ ਕੁਝ ਵਾਧਾ ਹੋ ਸਕਦਾ ਤੇ ਇੰਡਸਟਰੀ ਨਾਲ ਵੀ ਇਹਨੂੰ ਵੱਡੇ ਫਾਇਦੇ ਹੋ ਸਕਦੇ ਨੇ। ਹਾਲਾਂਕਿ ਉਸ ਚੀਜ਼ ਦੇ ਉੱਤੇ ਜਿਹੜਾ ਆ ਉਹ ਕੰਮ ਬਾਅਦ ਵਿੱਚ ਨਹੀਂ ਕੀਤਾ ਗਿਆ। ਤੇ ਨਾਲ ਦੀ ਨਾਲ ਖੇਤੀ ਮਾਹਰਾਂ ਦਾ ਵੀ ਇਹ ਕਹਿਣਾ ਸੀਗਾ ਕਿ ਇਸ ਸਕੀਮ ਨੂੰ ਜਿਹੜੀ ਮਨਰੇਗਾ ਦੇ ਵਿੱਚ ਜਿਹੜੇ ਲੇਬਰਸ ਵਾਲੇ ਜਿਹੜੇ ਲੋਕ ਨੇ ਜਾਂ ਪਿੰਡਾਂ ਦੇ ਜਿਹੜੇ ਲੋਕ ਜਿਨ੍ਹਾਂ ਨੂੰ ਅਸੀਂ ਰੁਜ਼ਗਾਰ ਦਿੰਦੇ ਆ, ਜੇ ਉਸ ਰੁਜ਼ਗਾਰ ਨੂੰ ਪਿੰਡ ਲੈਵਲ ਦੇ ਉੱਤੇ ਜਾਂ ਪਿੰਡ ਦੇ ਆਲੇ ਦੁਆਲੇ ਖੇਤੀ ਦੇ ਵਿੱਚ ਵੀ ਉਸ ਲੇਬਰ ਨੂੰ ਵਰਤ ਲਿਆ ਜਾਵੇ ਤੇ ਖੇਤੀ ਸੈਕਟਰ ਦਾ ਵੀ ਵੱਡਾ ਫਾਇਦਾ ਹੋ ਸਕਦਾ। ਹੁਣ ਇਹ ਮੈਂਬਰ ਪਾਰਲੀਮੈਂਟ ਸਾਹਿਬਾਨ ਨੂੰ ਉਹਦੇ ਵਿੱਚ ਕੀ ਕਮੀਆਂ ਨਜ਼ਰ ਆਉਂਦੀਆਂ, ਜੇ ਉਹਨਾਂ ਨੂੰ ਉਹਦੇ 'ਚ ਕੁਝ ਕਮੀਆਂ ਨਜ਼ਰ ਆਉਂਦੀਆਂ ਤੇ ਉਹਨਾਂ ਕਮੀਆਂ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ, ਨਾ ਕਿ ਇਹਨਾਂ ਸਕੀਮਾਂ ਦੀ ਗਲਤੀ ਕੱਢ ਦੇਣੀ ਚਾਹੀਦੀ ਹੈ। ਜੀ, ਲੜਕੀਆਂ ਦੇ ਵਿਆਹ ਦੀ ਉਮਰ ਵਧਾਉਣ ਨੂੰ ਲੈ ਕੇ ਵੀ ਕੱਲ ਪ੍ਰਸਤਾਵ ਪਾਸ ਕਰ ਦਿੱਤਾ ਗਿਆ। ਸ਼ਰਮਾ ਜੀ, ਕੀ ਵਜ੍ਹਾ ਰਹੀ ਕਿ ਇਹ ਉਮਰ ਵਧਾਉਣੀ ਪਈ ਸਰਕਾਰ ਨੂੰ? ਸਵਲੀਨ ਜੀ, ਜਦੋਂ ਤੋਂ ਜੇ ਅਸੀਂ ਬਹੁਤ ਪਿੱਛੇ ਚਲੇ ਜਾਈਏ, ਇੰਦਰਾ ਗਾਂਧੀ ਦੇ ਸਮੇਂ ਤੇ ਚਲੇ ਜਾਈਏ ਤੇ ਉਦੋਂ ਤੋਂ ਰੌਲਾ ਪੈਂਦਾ ਕਿ ਭਾਰਤ ਦੇ ਲਈ ਜਿਹੜੀ ਵੱਡੀ ਸਮੱਸਿਆ ਆ ਉਹ ਵੱਧਦੀ ਹੋਈ ਆਬਾਦੀ ਆ। ਉਹਦੇ ਤੇ ਸੰਜੇ ਗਾਂਧੀ ਤੋਂ ਬਾਅਦ ਸ਼ਾਇਦ ਹੀ ਕਿਤੇ ਕੋਈ ਗੱਲ ਸੁਣਨ ਨੂੰ ਮਿਲੀ ਹੋਵੇ। ਹਾਲਾਂਕਿ ਜਿਹੜੀ ਉਹਨਾਂ ਨੇ ਸਕੀਮ ਚਲਾਈਆਂ ਸੀ, ਜੋ ਉਹਨਾਂ ਨੇ ਆਬਾਦੀ ਨੂੰ ਕੰਟਰੋਲ ਕਰਨ ਲਈ ਜੋ ਤਰੀਕੇ ਅਪਣਾਏ ਸੀ, ਉਹਨਾਂ ਦੀ ਵੀ ਬਾਅਦ ਵਿੱਚ ਨੁਕਤਾਚੀਨੀ ਬਹੁਤ ਹੁੰਦੀ ਰਹੀ ਆ, ਉਹਨਾਂ ਦੇ ਸਮੇਂ ਤੇ ਵੀ ਬਹੁਤ ਹੁੰਦੀ ਰਹੀ ਆ ਤੇ ਬੀਤਿਆਂ ਦੇ ਵਿੱਚ ਵੀ ਰੌਲਾ ਬਹੁਤ ਪੈਂਦਾ ਰਿਹਾ ਕਿ ਭਾਰਤ ਸਰਕਾਰ ਕਈ ਵਾਰ ਧੱਕਾ ਕਰ ਜਾਂਦੀ ਆ ਇਹੋ ਜਿਹੀਆਂ ਸਕੀਮਾਂ ਦੀ ਜਿਹੜੀ ਆ ਉਹ ਲਾਂਚਿੰਗ ਦੇ ਵੇਲੇ ਜਾਂ ਉਹਨਾਂ ਨੂੰ ਫਿਰ ਜਦੋਂ ਪੂਰੀਆਂ ਕਰਦੇ ਨੇ ਉਦੋਂ। ਕੱਲ ਕੈਬਨਿਟ ਦੇ ਵਿੱਚ ਇਹਨਾਂ ਨੇ ਇੱਕ ਬਿੱਲ ਪਾਸ ਕੀਤਾ ਜਾਂ ਕੈਬਨਿਟ ਨੇ ਇਸ ਗੱਲ ਦਾ ਮਨ ਬਣਾਇਆ ਕਿ ਜਿਹੜੀ ਕੁੜੀਆਂ ਦੇ ਵਿਆਹ ਦੀ ਉਮਰ ਆ ਉਹਨੂੰ 18 ਤੋਂ 21 ਕਰ ਦਿੱਤਾ ਜਾਵੇ, ਕਿਉਂਕਿ ਅਸੀਂ ਜਾਣਦੇ ਹਾਂ ਕਿ 78 ਤੋਂ ਬਾਅਦ ਵਿੱਚ ਇਹ ਬਿੱਲ ਪਾਸ ਹੋਇਆ ਸੀ ਜਿਹਦੇ ਵਿੱਚ ਉਮਰ ਜਿਹੜੀ ਆ ਉਹਨੂੰ ਚੇਂਜ ਕਰਕੇ ਲੜਕੀਆਂ ਲਈ 18 ਤੇ ਲੜਕਿਆਂ ਲਈ 21 ਕਰ ਦਿੱਤੀ ਗਈ ਸੀ। ਹੁਣ ਦੋਨਾਂ ਲਈ ਹੀ ਉਮਰ ਜਿਹੜੀ ਆ ਉਹਨੂੰ 21 ਕਰਨ ਦਾ ਪ੍ਰਸਤਾਵ ਆ। 14 ਦੇ ਵਿੱਚ ਜਦੋਂ ਮੋਦੀ ਸਾਹਿਬ ਦੀ ਸਰਕਾਰ ਬਣੀ ਆ ਉਦੋਂ ਤੋਂ ਹੀ ਭਾਰਤ ਦੇ ਬਹੁਤੇ ਲੋਕ ਇਸ ਇੱਕ ਬਿੱਲ ਨੂੰ ਉਡੀਕ ਰਹੇ ਨੇ, ਉਹ ਹੈਗਾ ਆ ਜਨਸੰਖਿਆ ਕੰਟਰੋਲ ਬਿੱਲ, ਕਿ ਕਿਵੇਂ ਇਹ ਕੋਈ ਇਹੋ ਜਿਹੀ ਸਕੀਮ ਚਾਈਨਾ ਦੀ ਤਰ੍ਹਾਂ ਦੇ ਪਾਸ ਕਰ ਦੇਣ 2 ਬੱਚਿਆਂ ਵਾਲੀ ਜਾਂ ਕੋਈ ਹੋਰ ਇਦਾਂ ਦੀ ਕਹਾਣੀ ਬਣਾ ਕੇ ਜਿਹਦੇ ਨਾਲ ਵੱਧਦੀ ਹੋਈ ਜਨਸੰਖਿਆ ਦੇ ਉੱਤੇ ਕੰਟਰੋਲ ਕੀਤਾ ਜਾ ਸਕੇ। ਉਹ ਰੌਲਾ ਵੀ ਕਈ ਵਾਰ ਪੈਂਦਾ, ਪ੍ਰਾਈਵੇਟ ਬਿੱਲ ਆਉਣ ਦੀ ਵੀ ਜਿਹੜੀ ਆ ਯੋਜਨਾ ਸੁਣਨ ਨੂੰ ਮਿਲਦੀ ਆ, ਕਈ ਵਾਰ ਗੱਲ ਕੀਤੀ ਜਾਂਦੀ ਆ ਕਿ ਬਿੱਲ ਹੁਣ ਤਿਆਰ ਆ। RSS ਨਾਲ ਜੁੜੇ ਹੋਏ ਲੋਕ ਵੀ ਇਹਦੇ ਤੇ ਗੱਲ ਕਰਦੇ ਨਜ਼ਰ ਆਉਂਦੇ ਆ, ਪਰ ਉਹ ਹਾਲੇ ਤੱਕ ਹਕੀਕੀ ਰੂਪ ਦੇ ਵਿੱਚ ਕਦੇ ਸਾਹਮਣੇ ਆਇਆ ਨਹੀਂ ਜੀ। ਤੇ ਹੁਣ ਜਿਹੜਾ ਇਹ ਬਿੱਲ ਪੇਸ਼ ਕੀਤਾ ਆ 21 ਸਾਲ ਦੀ ਉਮਰ ਵਾਲਾ, ਇਹਦੇ ਨਾਲ ਵੀ ਤੁਸੀਂ ਇਹਨੂੰ ਥੋੜ੍ਹਾ ਜਿਹਾ ਇਸ ਚੀਜ਼ ਨਾਲ ਜੋੜ ਕੇ ਦੇਖ ਸਕਦੇ ਆ ਕਿ ਜੇਕਰ ਜਿੰਨਾ ਵਿਆਹ ਲੇਟ ਹੁੰਦਾ ਥੋੜ੍ਹਾ ਜਿਹਾ ਤੇ ਉਹਦੇ ਨਾਲ ਜਿਹੜੀ ਇੱਕ ਵਾਧਾ ਦਰ ਆ ਜਨਮ ਦਰ, ਉਹਦੇ ਤੇ ਥੋੜ੍ਹੀ ਬਹੁਤ ਰੋਕ ਜਿਹੜੀ ਹੈ ਲੱਗ ਸਕਦੀ ਹੈ। ਹਾਲਾਂਕਿ ਬਹੁਤ ਸਤਹ ਦੇ ਉੱਤੇ ਇਸ ਗੱਲ ਦੇ ਉੱਤੇ ਵੀ ਜਿਹੜੀ ਇਹ ਬਹਿਸ ਆਉਣ ਵਾਲੇ ਸਮੇਂ 'ਚ ਜ਼ਰੂਰ ਹੋਵੇਗੀ ਕਿ ਇਹ ਉਸ ਬੱਚੇ ਦੀ ਜਿਹੜੀ ਆਜ਼ਾਦੀ ਆ ਜਾਂ ਜਿਹੜੀ ਉਹਦੀ ਫੈਸਲਾ ਲੈਣ ਦੀ ਤਾਕਤ ਆ ਉਹਦੇ ਤੇ ਇੱਕ ਰੁਕਾਵਟ ਆ। ਜਦੋਂ ਉਹਨੂੰ ਵੋਟ ਪਾਉਣ ਦਾ ਅਧਿਕਾਰ 18 ਸਾਲ ਦਾ ਮਿਲ ਜਾਂਦਾ ਆ, ਉਹ ਬਾਲਗ 18 ਸਾਲ ਦਾ ਹੋ ਜਾਂਦਾ ਤੇ ਫਿਰ ਉਹਨੂੰ 3 ਸਾਲ ਲਈ ਕਿਉਂ ਰੋਕਿਆ ਜਾਵੇ? ਜੇ ਉਹਦਾ ਮਨਸ਼ਾ ਉਹਦੀ ਵਿਆਹ ਕਰਵਾਉਣ ਦੀ ਆ ਤੇ ਫਿਰ ਤੁਸੀਂ ਉਹਨੂੰ ਲੀਗਲੀ ਉਹ ਜਿਹੜਾ ਆ ਉਹਨੂੰ ਤੁਸੀਂ ਨਹੀਂ ਰੋਕ ਸਕਦੇ। ਬਹੁਤ ਸਾਰੀਆਂ ਇਹਦੇ ਤੇ ਬਹੁਤ ਤਰੀਕੇ ਦੇ ਨਾਲ ਗੱਲਬਾਤ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਵੇਗੀ, ਪਰ ਇਹ ਜਿਹੜਾ ਕੈਬਨਿਟ ਨੇ ਉਹ ਮਤਾ ਆ ਉਹ ਪਾਸ ਕਰ ਦਿੱਤਾ ਆ। ਲੋਕ ਸਭਾ ਵਿੱਚ ਕਦੋਂ ਪੇਸ਼ ਹੁੰਦਾ ਆ ਤੇ ਧਵਨੀ ਮਤ ਨਾਲ ਕਦੋਂ ਪਾਸ ਹੋ ਜਾਂਦਾ ਹੈ, ਕਿਉਂਕਿ ਬਹਿਸ ਦੀ ਕੋਈ ਗੁੰਜਾਇਸ਼ ਤਾਂ ਉੱਥੇ ਹੈ ਨਹੀਂ, ਰੌਲੇ ਰੱਪੇ ਦਾ ਹੀ ਬੋਲਬਾਲਾ ਆ। ਪਰ ਅਸੀਂ ਇਹਦੇ ਤੇ ਜੇ ਗੱਲ ਕਰੀਏ ਤੇ ਇਹਦੇ ਨਾਲੋਂ ਚੰਗਾ ਹੁੰਦਾ ਜੇਕਰ ਤੁਸੀਂ ਕੋਈ ਜਨਸੰਖਿਆ ਦੇ ਕੰਟਰੋਲ ਕਰਨ ਲਈ ਬਿੱਲ ਲੈ ਕੇ ਆਉਂਦੇ। ਇਹ ਬਹੁਤ ਜੇ ਇਹਦਾ ਬੈਨੀਫਿਟ ਰੱਖਿਆ ਵੀ ਜਾਵੇ ਜਨਸੰਖਿਆ ਵਾਲੇ ਪਾਸੇ ਨੂੰ ਦੇਖ ਕੇ, ਤੇ ਮੈਨੂੰ ਲੱਗਦਾ ਕਿ ਉਹ ਜਿਹੜਾ ਆ ਕੋਈ 1% ਵੀ ਨਹੀਂ ਹੋਵੇਗਾ ਜੀ। ਵਿਚਾਰਨਯੋਗ ਮੁੱਦੇ ਹਾਲੇ ਹੋਰ ਵੀ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅੱਜ ਗੁਜਰਾਤ ਦੇ ਵਿੱਚ ਇੱਕ ਰਾਸ਼ਟਰੀ ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਗੈਨਿਕ ਫਾਰਮਿੰਗ ਦੇ ਇੱਕ ਵਾਰੀ ਫਿਰ ਸੋਲੇ ਗਾਏ ਨੇ। ਕਹਿੰਦੇ 80% ਕਿਸਾਨਾਂ ਨੂੰ ਇਹਦਾ ਫਾਇਦਾ ਹੋਊਗਾ। PM ਮੋਦੀ ਨੂੰ ਕਿਸਾਨਾਂ ਦੀ ਕੁਝ ਜ਼ਿਆਦਾ ਹੀ ਫਿਕਰ ਨਹੀਂ ਸਤਾਉਣ ਲੱਗੀ ਅੱਜ ਕੱਲ੍ਹ?
ਜਦੋਂ ਤੋਂ ਕਿਸਾਨ ਕਾਨੂੰਨ ਵਾਪਸ ਹੋਏ ਨੇ ਉਸ ਤੋਂ ਬਾਅਦ ਅੱਜ ਪਹਿਲੀ ਵਾਰ ਉਹ ਕਿਸਾਨਾਂ ਲਈ ਕਿਸੇ ਗੱਲ ਦੇ ਵਿੱਚ ਬੋਲ ਰਹੇ ਸੀ। ਨੈਚੁਰਲ ਫਾਰਮਿੰਗ ਦੇ ਉੱਤੇ ਕੋਈ ਨੈਸ਼ਨਲ ਕਨਕਲੇਵ ਸੀ, ਉਹਦੇ 'ਚ ਉਹਨਾਂ ਨੇ ਨੈਚੁਰਲ ਫਾਰਮਿੰਗ ਦੀਆਂ ਬੜੀਆਂ ਗੱਲਾਂ ਕੀਤੀਆਂ, ਜਿਹਨੂੰ ਅਸੀਂ ਕਈ ਵਾਰ ਆਰਗੈਨਿਕ ਫਾਰਮਿੰਗ ਵੀ ਕਹਿ ਦਿੰਦੇ ਹਾਂ। ਪਰ ਉਹ ਗੱਲਾਂ ਜਿਹੜੀਆਂ ਸੀਗੀਆਂ ਸਵਲੀਨ ਜੀ, ਸੁਣਨ ਨੂੰ ਬਹੁਤ ਸੋਹਣੀਆਂ ਲੱਗਦੀਆਂ ਕਿ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਆ, ਦਵਾਈਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਆ, ਕਿਸਾਨ ਦਾ ਖਰਚਾ ਘਟੂਗਾ, ਜ਼ੀਰੋ ਫਾਰਮਿੰਗ ਦੀਆਂ ਗੱਲਾਂ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬਹੁਤ ਸੋਹਣੀਆਂ ਲੱਗਦੀਆਂ ਸੁਣਨ ਨੂੰ। ਤੇ ਉਹਨਾਂ ਨੇ ਆਪ ਇੱਕ ਵਾਰ ਕਿਹਾ ਵੀ ਕਿ ਮੈਂ ਕਿਸਾਨ ਨਹੀਂ ਹੈਗਾ, ਤੇ ਮੈਨੂੰ ਲੱਗਦਾ ਕਿ ਉਹੀ ਇੱਕ ਲਾਈਨ ਜਿਹੜੀ ਸਭ ਤੋਂ ਚੰਗੀ ਸੀ ਕਿ ਮੈਂ ਕਿਸਾਨ ਨਹੀਂ ਹੈਗਾ। ਕਿਉਂਕਿ ਜਿਹੜੇ ਲੋਕ ਕਿਸਾਨੀ ਕਰਦੇ ਨੇ, ਚਾਹੇ ਅਸੀਂ ਸਿੱਧੇ ਤੌਰ 'ਤੇ ਕਿਸਾਨੀ ਨਾਲ ਜੁੜੇ ਹੋਏ ਹਾਂ, ਤੇ ਅਸੀਂ ਜਾਣਦੇ ਹਾਂ ਕਿ ਜਿਹੜੀ ਨੈਚੁਰਲ ਫਾਰਮਿੰਗ ਆ ਜਾਂ ਜਿਹਨੂੰ ਇਹ ਹੁਣ ਆਰਗੈਨਿਕ ਫਾਰਮਿੰਗ ਕਹਿੰਦੇ ਆ, ਉਹ ਬਹੁਤ ਸੌਖਾ ਕੰਮ ਨਹੀਂ ਹੈਗਾ, ਉਹ ਟੇਢੀ ਖੀਰ ਆ। ਗ੍ਰੀਨ ਰੈਵੋਲੂਸ਼ਨ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਜੋ ਕੁਝ ਪੰਜਾਬ ਦੀ ਕਿਸਾਨੀ ਨੇ ਦੇਖਿਆ, ਕੀਤਾ ਤੇ ਝੱਲਿਆ, ਉਸ ਤੋਂ ਬਾਅਦ ਹੁਣ ਆਰਗੈਨਿਕ ਫਾਰਮਿੰਗ ਵੱਲ ਨੂੰ ਜਾਂ ਨੈਚੁਰਲ ਫਾਰਮਿੰਗ, ਕੁਦਰਤੀ ਖੇਤੀ ਵੱਲ ਨੂੰ ਮੁੜਨਾ ਜਿਹੜਾ ਆ ਉਹ ਬਿਲਕੁਲ ਸੌਖਾ ਨਹੀਂ ਹੈਗਾ। ਪੈਸਟੀਸਾਈਡ, ਇਨਸੈਕਟੀਸਾਈਡ ਤੇ ਜਿਹੜੇ ਉਰਵਰਕ ਆ, ਜਿਹੜੀਆਂ ਖਾਦਾਂ ਆ, ਉਹਨਾਂ ਦੀ ਵਰਤੋਂ ਤੋਂ ਬਿਨਾਂ ਖੇਤੀ ਦੀ ਜਿਹੜੀ ਕਲਪਨਾ ਵੀ ਕੀਤੀ ਨਹੀਂ ਜਾ ਸਕਦੀ। ਅਸੀਂ ਕਈ ਵਾਰ ਕੋਸ਼ਿਸ਼ ਕਰਕੇ ਦੇਖੀ ਆ ਆਦਤਨ ਤੌਰ ਦੇ ਉੱਤੇ ਜਾਂ ਐਕਸਪੈਰੀਮੈਂਟਲ ਤੌਰ ਦੇ ਉੱਤੇ ਕਿ ਕਰਕੇ ਦੇਖੀਏ, ਤੇ ਉਹ ਬੜਾ ਲੰਬਾ ਚੌੜਾ ਚੱਕਰ ਆ। ਫਸਲ ਦੀ ਜਿਹੜੀ ਗੁਣਵੱਤਾ ਆ ਉਹ ਵੀ ਬਹੁਤ ਪ੍ਰਭਾਵਿਤ ਹੁੰਦੀ ਆ, ਫਸਲ ਦੀ ਜਿਹੜੇ ਝਾੜ ਆ, ਜਿਹੜੀ ਉਪਜ ਆ, ਉਹ ਵੀ ਬਹੁਤ ਪ੍ਰਭਾਵਿਤ ਹੁੰਦੀ ਆ। ਤੇ ਸਾਡੇ ਵਰਗੇ ਮੁਲਕ ਲਈ ਜਿੱਥੇ ਆਬਾਦੀ ਜਿਹੜੀ ਆ ਇੰਨੀ ਸਪੀਡ ਨਾਲ ਵੱਧ ਰਹੀ ਆ, ਇੰਨੇ ਲੋਕਾਂ ਦਾ ਢਿੱਡ ਭਰਨ ਲਈ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਕਰਨਾ ਸੰਭਵ ਨਹੀਂ। ਤੁਸੀਂ ਕਹਿੰਦੇ ਔਖੀ ਗੱਲ ਹੈ, ਪਰ ਮੋਦੀ ਸਾਹਿਬ ਕਹਿੰਦੇ 44 ਲੱਖ ਤੋਂ ਵੱਧ ਜਿਹੜੇ ਕਿਸਾਨ ਨੇ ਉਹ ਆਲਰੇਡੀ ਇਹਦੇ ਨਾਲ ਜੁੜੇ ਹੋਏ ਨੇ, ਤੇ 77,000 ਹੈਕਟੇਅਰ ਖੇਤ ਦੇ ਵਿੱਚ ਆਲਰੇਡੀ ਆਰਗੈਨਿਕ ਫਾਰਮਿੰਗ ਹੋ ਰਹੀ ਹੈ। ਦੇਖੋ, ਇਹ ਜਿਹੜੇ ਡੇਟਾਬੇਸ ਜਿਹੜੇ ਅੰਕੜਿਆਂ ਦਾ ਝੋਲ ਆ ਨਾ ਜੀ, ਇਹ ਸਾਰਿਆਂ ਨੂੰ ਸਮਝ ਆਉਂਦਾ ਆ। ਕਿੰਨੇ ਉਹਨਾਂ ਨੇ ਕਿਸਾਨ ਦੱਸਿਆ ਜੀ? 44 ਲੱਖ। ਤੇ ਟੋਟਲ ਕਿਸਾਨ ਭਾਰਤ 'ਚ ਕਿੰਨੇ ਨੇ? ਇਹਨਾਂ ਦੀ ਆਪਣੀ ਗਿਣਤੀ ਉਗੜ ਜਾਂਦੀ ਆ, ਗਵਾਚ ਜਾਂਦੀ ਆ ਜਦੋਂ ਇਹ ਹਰ 3 ਮਹੀਨੇ ਬਾਅਦ ਕਿਸਾਨਾਂ ਦੇ ਖਾਤੇ 'ਚ ਪੈਸੇ ਪਾਉਂਦੇ ਨੇ। ਕਦੀ ਕਿਸੇ ਵਾਰ 10 ਲੱਖ ਅੱਗੇ ਪਿੱਛੇ ਹੋ ਜਾਂਦੇ ਨੇ, ਕਿਸੇ ਵਾਰ 15 ਲੱਖ ਘਟਦੇ ਵੱਧਦੇ ਰਹਿੰਦੇ ਨੇ। ਉਹ ਸਾਰੇ ਜਿਹੜੇ ਅੰਕੜੇ ਨੇ ਉਹ ਜੇ ਤੁਸੀਂ ਕਹੋ ਤੇ ਆਪਾਂ ਕੱਢ ਕੇ ਕਿਸੇ ਦਿਨ ਤੁਹਾਨੂੰ ਦੱਸ ਦਿਆਂਗੇ ਸਾਰੇ। ਤੇ ਜਿਹੜੇ ਇਹ 77 ਕਿਸਾਨਾਂ ਦੀ 77,000 ਕਿਸਾਨਾਂ ਦੀ ਗੱਲ ਕਰਦੇ ਨੇ ਜਾਂ 77,000 ਹੈਕਟੇਅਰ ਦੀ ਗੱਲ ਕਰਦੇ ਨੇ, ਉਹ ਮੇਰਾ ਖਿਆਲ ਆ ਪੂਰੇ ਦੇਸ਼ ਦਾ 1% ਵੀ ਨਹੀਂ ਬਣਦਾ ਹੋਣਾ ਹੈਕਟੇਅਰਸ ਦੇ ਮਾਮਲੇ 'ਚ। ਉਹ ਕਹਾਣੀ ਜਿਹੜੀ ਆ ਉਹ ਕਿਸੇ ਹੋਰ ਪਾਸੇ ਆ। ਜੇਕਰ ਕਿਸਾਨੀ ਦੀ ਕੁਝ ਇਹਨਾਂ ਦੇ ਵਾਕਈ ਭਲਾ ਕਰਨ ਦੀ ਕਹਾਣੀ ਇਹਨਾਂ ਦੇ ਦਿਮਾਗ ਦੇ ਵਿੱਚ ਹੈ, ਤੇ ਉਹਦੇ ਲਈ ਫਿਰ ਬਹੁਤ ਕੁਝ ਹੋਰ ਕਰਨ ਦੀ ਲੋੜ ਆ। ਸਾਰੇ ਹੀ ਦੇਸ਼ ਦਾ ਡੇਟਾਬੇਸ ਬਣਾ ਕੇ ਕਿਹੜੀ ਫਸਲ ਕਿੱਥੇ ਬੀਜੀ ਜਾਣੀ ਆ, ਕਿਹੜੀ ਫਸਲ ਨਹੀਂ ਬੀਜੀ ਜਾਣੀ, ਤੇ ਜਿਹੜੀਆਂ ਹੋਰ ਕਹਾਣੀਆਂ ਨੇ ਉਹ ਬਹੁਤ ਲੰਬਾ ਚੌੜਾ ਵਿਸ਼ਾ ਹੈ ਜੀ। ਸ਼ਰਮਾ ਜੀ, ਸਾਨੂੰ ਇਹ ਵੀ ਦੱਸਿਓ ਕਿ ਦਾਲਾਂ ਦੀ ਖਰੀਦ ਨੂੰ ਲੈ ਕੇ ਕੀ ਰੌਲਾ ਪਿਆ ਆ? ਦਾਲਾਂ ਦੀ ਖਰੀਦ ਨੂੰ ਲੈ ਕੇ ਸਵਲੀਨ ਜੀ ਰੌਲਾ ਨਹੀਂ ਹੈਗਾ। ਨੇਫਡ ਇੱਕ ਏਜੰਸੀ ਆ, ਨੈਸ਼ਨਲ ਐਗਰੀਕਲਚਰ ਕੋਆਪਰੇਟਿਵ ਫਾਰ ਫੈਡਰੇਸ਼ਨ ਆਫ ਇੰਡੀਆ, ਜਿਹੜੀ ਕਿ ਭਾਰਤ ਸਰਕਾਰ ਦਾ ਇੱਕ ਅਦਾਰਾ ਆ, ਤੇ ਭਾਰਤ ਸਰਕਾਰ ਦੀਆਂ ਸਕੀਮਾਂ ਲਈ ਉਹ ਕਿਸਾਨਾਂ ਤੋਂ ਬਹੁਤ ਸਾਰੀਆਂ ਫਸਲਾਂ ਖਰੀਦਦੀ ਆ, ਇੰਪਲੀਮੈਂਟਸ ਦਾ ਕੰਮ ਕਰਦੀ ਆ, ਇੰਟਰਸਟੇਟ ਬਿਜ਼ਨਸ ਦੇ ਵਿੱਚ ਵੀ ਉਹ ਭਾਰਤ ਸਰਕਾਰ ਵੱਲੋਂ ਖੇਤੀ ਲਈ ਕੰਮ ਕਰਦੀ ਆ। ਉਹਦੇ ਵੱਲੋਂ ਇੱਕ ਜਾਣਕਾਰੀ ਸਾਹਮਣੇ ਆਈ ਕਿ ਜਿਹੜੀ PMGKY ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਅਧੀਨ ਜਿਹੜੀ ਉਹਨਾਂ ਨੇ ਦਾਲਾਂ ਦੀ ਖਰੀਦ ਕੀਤੀ, ਤੇ ਖਰੀਦ ਕਰਨ ਤੋਂ ਬਾਅਦ ਉਹ ਕੰਪਨੀਆਂ ਨੂੰ, ਕੁਝ ਮਿੱਲਾਂ ਨੂੰ ਦਾਲਾਂ ਦਿੱਤੀਆਂ ਕਿ ਉਹਨਾਂ ਨੇ ਉਹ ਸਾਫ਼ ਕਰਨੀਆਂ ਸੀ, ਪੋਲਿਸ਼ ਕਰਨੀਆਂ ਸੀ, ਤੇ ਫਿਰ ਉਹ ਵਾਪਸ ਸਰਕਾਰ ਨੂੰ ਦੇਣੀਆਂ ਸੀ। ਉਹਦੇ ਵਿੱਚ ਕੁਝ ਵੱਡੇ ਜਿਹੜੇ ਨੇ ਉਹ ਪ੍ਰੋਫਿਟ ਸਾਹਮਣੇ ਆਏ ਨੇ ਜਿਹੜੇ ਕੰਪਨੀਆਂ ਨੂੰ ਹੁੰਦੇ ਨੇ। ਉਹ ਜੇਕਰ ਉਹਦੀ ਅਸੀਂ ਥੋੜ੍ਹੀ ਜਿਹੀ ਵਿਸਤਾਰ ਦੇ ਵਿੱਚ ਗੱਲ ਕਰੀਏ ਤਾਂ ਇੱਦਾਂ ਕਹਾਣੀ ਸੀ ਸਵਲੀਨ ਜੀ ਕਿ ਕੰਪਨੀ ਨੂੰ ਜਦੋਂ ਸਰਕਾਰ ਖਰੀਦ ਕੇ ਕੱਚੀ ਦਾਲ ਦਿੰਦੀ ਆ, ਤੇ ਫਿਰ ਉਹ ਕੰਪਨੀ ਨੂੰ ਇਹ ਦੱਸਦੀ ਆ ਕਿ ਤੁਸੀਂ ਉਹਦੀ OTR ਕਿੰਨੀ ਦੇਣੀ ਆ, ਹਾਈਐਸਟ ਆਊਟ ਟਰਨ ਰੇਸ਼ੋ, ਕਿ ਜੇਕਰ ਤੁਹਾਨੂੰ 10 ਕੁਆਂਟਲ ਅਸੀਂ ਕੱਚੀ ਦਾਲ ਦਿੱਤੀ ਆ, ਉਹਨੂੰ ਸਾਫ਼ ਕਰਕੇ ਪੋਲਿਸ਼ ਕਰਕੇ ਜਦੋਂ ਤੁਸੀਂ ਵਾਪਸ ਦੇਣੀ ਆ ਤਾਂ ਤੁਸੀਂ ਉਹ 10 ਕੁਆਂਟਲ ਦੀ ਕਿੰਨੀ ਦੇਣੀ ਆ। ਉਹਦੀ ਮਿਨੀਮਮ ਸੀਮਾ ਸਵਲੀਨ ਜੀ ਕਿਤੇ ਤੈਅ ਨਹੀਂ ਕੀਤੀ ਗਈ ਕਿ ਤੁਸੀਂ 10 ਕੁਆਂਟਲ ਕੱਚੀ ਦੇ ਕੇ ਉਹਨੂੰ ਪੋਲਿਸ਼ ਕਰਕੇ 6 ਕੁਆਂਟਲ ਮੋੜਨਾ ਆ ਕਿ 7 ਕੁਆਂਟਲ ਮੋੜਨਾ ਆ। ਉਸ ਚੱਕਰ ਦੇ ਵਿੱਚ ਉਹ ਜਿਹੜੀਆਂ ਕੰਪਨੀਆਂ ਨੇ, ਜਿਹੜੀਆਂ ਮਿੱਲਾਂ ਨੇ, ਜਿਹੜੀਆਂ ਸਫਾਈ ਦਾ ਕੰਮ ਕਰਦੀਆਂ ਨੇ, ਉਹਨਾਂ ਨੇ ਸਰਕਾਰ ਨੂੰ ਮੋਟੇ ਪੱਧਰ ਦੇ ਉੱਤੇ ਚੂਨਾ ਜਿਹੜਾ ਆ ਉਹ ਲਾਇਆ, ਜਿਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਪਿਛਲੇ ਸਾਲ 2 ਸਾਲ ਦੇ ਵਿੱਚ ਹੀ ਉਹਨਾਂ ਮਿੱਲਾਂ ਨੇ 4 ਤੋਂ 5 ਹਜ਼ਾਰ ਕਰੋੜ ਤੱਕ ਰੁਪਈਏ ਜਿਹੜੇ ਉਹ ਕਮਾਏ ਨੇ। ਇਸੇ ਵਜ੍ਹਾ ਕਰਕੇ ਸਰਕਾਰ ਦੇ ਜਿਹੜੇ ਅੰਕੜੇ ਨੇ ਉਹ ਗੜਬੜ ਕਰਦੇ ਨੇ। ਜਦੋਂ ਅਸੀਂ ਗੱਲ MSP ਦੀ ਕਰਦੇ ਹਾਂ ਕਿ ਸਰਕਾਰ ਜਦੋਂ ਖਰੀਦਦੀ ਆ ਤੇ ਫਿਰ ਜਦੋਂ ਵਾਪਸ ਦਿੰਦੀ ਆ ਜਾਂ ਸਕੀਮਾਂ ਲਈ ਫ੍ਰੀ ਦਿੰਦੀ ਆ, ਤੇ ਉਹ ਜਿਹੜੇ ਪੈਸੇ ਨੇ ਉਹ ਵਿੱਚ ਵਿਚਾਲਿਓਂ ਕਿੱਥੇ ਚਲੇ ਜਾਂਦੇ ਨੇ। ਉਹ ਫਿਰ ਨੇਫਟ ਦੇ ਅਧਿਕਾਰੀ ਹੁਣ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਆ ਤੇ ਉਹ ਆਪਣਾ ਨਾਂ ਛਾਪਣ ਦੀ
ਸ਼ਰਤ ਤੇ ਦੱਸਦੇ ਨੇ ਕਿ ਇੱਥੇ ਜਿਹੜਾ ਸਾਰਾ ਕੁਝ ਉਹ ਠੀਕ ਨਹੀਂ ਹੈਗਾ। ਸੋ ਮੇਰੇ ਇਸ ਸਾਰੇ ਵਿਸ਼ੇ ਦਾ ਜਿਹੜਾ ਕੁੱਲ ਕਨਕਲੂਜਨ ਇਹੀ ਆ ਕਿ ਸਟੇਜ ਦੇ ਉੱਤੇ ਨੈਚੁਰਲ ਫਾਰਮਿੰਗ ਬਾਰੇ ਕੁਝ ਗੱਲਾਂ ਕਰ ਦੇਣੀਆਂ, ਤਕਨੀਕ ਦੀ ਵਰਤੋਂ ਦੇ ਉੱਤੇ ਗੱਲਾਂ ਕਰ ਦੇਣੀਆਂ, ਤੇ ਅਦਾਰੇ ਜੋ ਇਹਨਾਂ ਦੇ ਆਪਣੇ ਅਦਾਰੇ ਕਰ ਰਹੇ ਨੇ ਉਹ ਇਹ ਵੀ ਨਹੀਂ ਦੱਸ ਰਹੇ ਕਿ ਅਸੀਂ ਤੁਹਾਨੂੰ ਕੱਚੀ ਦੇ ਕਿੰਨੀ ਰਹੇ ਹਾਂ ਤੇ ਤੁਹਾਡੇ ਤੋਂ ਵਾਪਸ ਲੈਣੀ ਕਿੰਨੀ ਆ। ਅੱਛਾ, ਇਹ ਵੀ ਗੱਲ ਨਹੀਂ ਦੱਸਦੇ ਕਿ ਜਿਹੜੀ ਤੁਹਾਨੂੰ ਦਿੱਤੀ ਆ ਤੁਸੀਂ ਉਹਦੇ ਵਿੱਚੋਂ ਹੀ ਸਾਨੂੰ ਮੋੜਨੀ ਆ ਕਿ ਬਾਜ਼ਾਰ ਚੋਂ ਲੈ ਕੇ ਸਾਨੂੰ ਵਾਪਸ ਦੇ ਦਿਓ ਤੇ ਸਾਡੇ ਵਾਲੀ ਕਿਤੇ ਹੋਰ ਵੇਚ ਦਿਓ। ਉਹ ਬਹੁਤ ਸਾਰੇ ਰੋਲ ਘਚੋਲੇ ਨੇ। ਸਾਡੇ ਮੁਲਕ ਦਾ ਜਿਹੜਾ ਸਿਸਟਮ ਆ ਉਹਨੂੰ ਸੁਧਾਰਨ ਦੀ ਲੋੜ ਆ। ਇਹ ਸਾਰੇ ਕਹਾਣੀਆਂ ਜਿਹੜੀਆਂ ਆ ਉਹ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨਾਲ ਹੱਲ ਹੋਣ ਵਾਲੀਆਂ ਨਹੀਂ। ਜੀ ਸ਼ਰਮਾ ਜੀ, ਗੱਲ ਕਰਦੇ ਹਾਂ ਹੁਣ ਪੰਜਾਬ ਦੀ ਰਾਜਨੀਤੀ ਦੀ। ਤੇ ਵਿਧਾਨ ਸਭਾ ਚੋਣਾਂ ਬਿਲਕੁਲ ਨਜ਼ਦੀਕ ਨੇ। ਸੱਤਾ ਵਾਲੀ ਕੁਰਸੀ ਤੱਕ ਪਹੁੰਚਣ ਲਈ ਸਾਰੀਆਂ ਪਾਰਟੀਆਂ ਇਸ ਵੇਲੇ ਪੱਬਾਂ ਭਾਰ ਨੇ। ਜੇ ਪੰਜਾਬ ਕਾਂਗਰਸ ਦੀ ਗੱਲ ਕਰੀਏ ਤੇ ਕੱਲ ਸੁਨੀਲ ਜਾਖੜ ਦੀ ਅਗਵਾਈ 'ਚ ਇੱਕ ਮੀਟਿੰਗ ਹੋਈ, ਅੱਜ ਸਿੱਧੂ ਸਾਹਿਬ ਦੀ ਅਗਵਾਈ 'ਚ ਇੱਕ ਮੀਟਿੰਗ ਹੋਣ ਜਾ ਰਹੀ ਆ। ਤੇ ਕੀ ਕੁਝ ਅਪਡੇਟ ਹੈ ਕੱਲ ਦੀ ਮੀਟਿੰਗ ਬਾਰੇ ਤੇ ਅੱਜ ਦੀ ਮੀਟਿੰਗ 'ਚ ਕੀ ਕੁਝ ਨਿਕਲਣ ਦੇ ਆਸਾਰ ਨੇ? ਦੇਖੋ ਜੀ, ਮੀਟਿੰਗਾਂ ਦੇ ਵਿੱਚ ਜਦੋਂ ਇਹ ਕਮੇਟੀਆਂ ਬਣੀਆਂ ਸੀ, ਚੋਣ ਮੈਨੀਫੈਸਟੋ ਕਮੇਟੀ, ਚੋਣ ਪ੍ਰਚਾਰ ਕਮੇਟੀ, ਤਾਲਮੇਲ ਕਮੇਟੀ ਤੇ ਇੱਕ ਤਾਜੀ ਜਿਹੜੀ ਚੋਣ ਸਿਲੈਕਸ਼ਨ ਕਮੇਟੀ ਜਿਹਦੇ 'ਚ ਸਿੱਧੂ ਸਾਹਿਬ ਨੂੰ ਚੇਅਰਮੈਨ ਲਾਇਆ ਗਿਆ, ਇਹਨਾਂ ਸਾਰੀਆਂ ਕਮੇਟੀਆਂ ਨੇ ਹੁਣ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਾਜਵਾ ਸਾਹਿਬ ਨੇ ਵੀ ਆਪਣੀ ਮੈਨੀਫੈਸਟੋ ਕਮੇਟੀ ਦੇ ਵਿੱਚ 15 ਦਿਨਾਂ ਦੇ ਵਿੱਚ ਚੋਣ ਮੈਨੀਫੈਸਟੋ ਜਿਹੜਾ ਇਲੈਕਸ਼ਨ ਆਉਣ ਵਾਲੇ ਦਿਨਾਂ ਲਈ ਤਿਆਰ ਕਰਨ ਦੀ ਗੱਲ ਕੀਤੀ ਆ। ਜਾਖੜ ਸਾਹਿਬ ਦੀ ਜਿਹੜੀ ਚੋਣ ਪ੍ਰਚਾਰ ਕਮੇਟੀ ਆ ਉਹਦੀ ਕੱਲ੍ਹ ਮੀਟਿੰਗ ਹੋਈ ਤੇ ਉਹਦੇ ਵਿੱਚ ਬਹੁਤ ਚੰਗੀਆਂ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਕਿ ਉੱਥੇ ਸਭ ਤੋਂ ਪਹਿਲਾਂ ਤੇ ਇਹ ਗੱਲ ਹੋਈ, ਜਾਖੜ ਸਾਹਿਬ ਨੇ ਕਿਹਾ ਕਿ ਤੁਸੀਂ ਜਿਹੜਾ ਚੋਣ ਪ੍ਰਚਾਰ ਆ ਉਹ ਮੁੱਦਿਆਂ ਤੇ ਆਧਾਰਿਤ ਕਰਨਾ ਕਿ ਚਿਹਰਿਆਂ ਤੇ ਆਧਾਰਿਤ ਕਰਨਾ। ਤੇ ਗੱਲ ਫਿਰ ਸਿੱਧੂ ਸਾਹਿਬ ਨੇ ਇਹ ਕਹੀ ਕਿ ਚਿਹਰਿਆਂ ਦੇ ਉੱਤੇ ਤੁਸੀਂ ਕਰਨਾ ਤੇ ਚਿਹਰਾ ਤਾਂ ਤੁਹਾਡਾ ਹਰ ਖੂੰਜੇ ਤੇ ਖੂੰਜੇ, ਹਰ ਦੇਸ਼ ਦੇ ਪੂਰੇ ਪ੍ਰਾਂਤ ਦੇ ਕੋਠੇ ਤੇ ਫੋਟੋਆਂ ਲੱਗੀਆਂ ਆ ਤੇ ਉਹਨਾਂ ਤੋਂ ਹੀ ਹੁਣ ਪ੍ਰਚਾਰ ਕਰਵਾ ਲਓ। ਤੋ ਸਿੱਧੂ ਸਾਹਿਬ ਦਾ ਜਿਹੜਾ ਸਿੱਧਾ ਕਮੈਂਟ ਸੀਗਾ ਉਹ ਚੰਨੀ ਸਾਹਿਬ ਵੱਲ ਸੀ। ਤੇ ਮੁੱਦਿਆਂ ਦੀ ਗੱਲ ਵੀ ਉਹਨਾਂ ਨੇ ਕਿਹਾ ਕਿ ਮੁੱਦੇ ਤੇ ਸਾਰੇ ਤੁਹਾਡੇ ਸਾਹਮਣੇ ਰੱਖੇ ਹੋਏ ਨੇ। ਸੋ ਇੱਕ ਗੱਲ ਚੰਗੀ ਆ ਕਿ ਸਾਰੀ ਹੀ ਕਾਂਗਰਸ ਦੇ ਵਿੱਚ ਜਿਹੜੇ ਵੱਡੇ ਚਿਹਰੇ ਨੇ ਉਹ ਸਾਰੇ ਹੀ ਹੁਣ ਇਕੱਠੇ ਤੇ ਜ਼ਰੂਰ ਹੋ ਗਏ ਨੇ ਕਿਉਂਕਿ ਇਲੈਕਸ਼ਨ ਜਿਹੜੀ ਆ ਉਹ ਨੇੜੇ ਆ ਗਈ। ਪਰ ਜਦੋਂ ਜਾਖੜ ਸਾਹਿਬ ਬੜੇ ਸੀਨੀਅਰ ਲੀਡਰ ਨੇ ਤੇ ਆ ਕੇ ਫਿਰ ਉਹ ਪੁੱਛਦੇ ਨੇ ਕਿ ਚਿਹਰਿਆਂ ਦੀ ਗੱਲ ਕਰਨੀ ਆ ਕਿ ਮੁੱਦਿਆਂ ਦੀ ਗੱਲ ਕਰਨੀ ਆ, ਤੇ ਫਿਰ ਉਹ ਸਾਰਿਆਂ ਲਈ ਹੀ ਜਿਹੜੀ ਇੱਕ ਤਿੱਖਾ ਤੀਰ ਵਾਂਗ ਉਹ ਗੱਲ ਸਾਬਤ ਹੁੰਦੀ ਹੈ। ਕਿਉਂਕਿ ਜੇ ਚਿਹਰਿਆਂ ਦੀ ਗੱਲ ਕਰੀਏ ਤੇ ਸਾਰੇ ਹੀ ਇਹ ਚਾਹੁੰਦੇ ਨੇ, ਜਾਖੜ ਸਾਹਿਬ ਵੀ ਚਾਹੁੰਦੇ ਨੇ ਕਿ ਮੈਂ ਚਿਹਰਾ ਬਣ ਜਾ, ਚੰਨੀ ਸਾਹਿਬ ਵੀ ਚਾਹੁੰਦੇ ਨੇ ਮੈਂ ਚਿਹਰਾ ਬਣ ਜਾ, ਤੇ ਚੋਣ ਕਮੇਟੀ ਦੇ ਵਿੱਚ ਮੋਹਰੇ ਹੋਣ ਕਰਕੇ ਸਿੱਧੂ ਸਾਹਿਬ ਨੂੰ ਲੱਗਦਾ ਕਿ ਮੈਂ ਚਿਹਰਾ ਬਣ ਗਿਆ। ਤੇ ਸੋਚ ਬਾਜਵਾ ਸਾਹਿਬ ਦੀ ਵੀ ਇਹੀ ਹੈ ਕਿਉਂਕਿ ਉਹ ਕਹਿ ਚੁੱਕੇ ਆ ਕਿ ਇਲੈਕਸ਼ਨ ਮੈਂ ਲੜਨੀ ਆ ਕਿ ਚਿਹਰਾ ਮੈਂ ਬਣ ਜਾ। ਸੋ ਇਹ ਜਿਹੜੀ ਚਿਹਰਿਆਂ ਦੀ ਰਾਜਨੀਤੀ ਆ ਤੇ ਉਹਦੇ ਤੇ ਮੁੱਦਿਆਂ ਦੀ ਰਾਜਨੀਤੀ ਦੇ ਵਿੱਚ ਜਿਹੜੀ ਇਲੈਕਸ਼ਨ ਕਮੇਟੀ ਦੇ ਵਿੱਚ ਜਿਹੜੀ ਅੱਜ ਗੱਲ ਹੋਣ ਦੇ ਆਸਾਰ ਆ, ਉੱਥੇ ਵੀ ਕਹਾਣੀ ਇਹੀ ਫਿੱਟ ਹੋਣ ਦੀ ਉਮੀਦ ਆ ਕਿ ਜਦੋਂ ਚੋਣ ਕਮੇਟੀ ਦੀ ਜਿਹੜੀ ਮੀਟਿੰਗ ਹੋਊਗੀ, ਪਹਿਲਾਂ ਤੇ ਚੋਣ ਪ੍ਰਚਾਰ ਕਮੇਟੀ ਦੀ ਮੀਟਿੰਗ ਸੀ, ਹੁਣ ਚੋਣ ਕਮੇਟੀ ਦੀ ਮੀਟਿੰਗ ਹੋਵੇਗੀ। ਉਹਦੇ ਵਿੱਚ ਹਾਲਾਂਕਿ ਮੈਂਬਰ ਬਹੁਤ ਨੇ ਤੇ ਦੇਖਣਾ ਇਹ ਵੀ ਬਣੂਗਾ ਕਿ ਸਿੱਧੂ ਸਾਹਿਬ ਦੇ ਨਾਲ ਕੌਣ ਬਹਿੰਦਾ ਤੇ ਸਾਹਮਣੇ ਕੌਣ ਬਹਿੰਦਾ, ਤੇ ਸਿੱਧੂ ਸਾਹਿਬ ਆਦਤਨ ਆਪਣੀ ਹੀ ਗੱਲ ਸੁਣਾਉਂਦੇ ਆ ਜਾਂ ਫਿਰ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਅੱਜ ਬਾਕੀਆਂ ਦੀਆਂ ਗੱਲਾਂ ਵੀ ਸੁਣਨਗੇ। ਇਸੇ ਕਮੇਟੀ ਦਾ ਇੱਕ ਮੈਂਬਰ ਉਸਿਆ ਫਿਰਦਾ, ਰਾਣਾ ਗੁਰਮੀਤ ਸੋਢੀ। ਦੇਖੋ, ਪੰਜਾਬ ਲੋਕ ਕਾਂਗਰਸ ਦੇ ਜਿਹੜੇ ਬੋਰਡ ਲੱਗਦੇ ਨੇ ਜੀ ਨਾ ਹੁਣ ਪੰਜਾਬ 'ਚ, ਕੁਝ ਕੁ ਜ਼ਿਲ੍ਹਾ ਪ੍ਰਧਾਨ ਵੀ ਉਹਨਾਂ ਨੇ ਥਾਪ ਦਿੱਤੇ ਤੇ ਬੀਤੇ ਦਿਨਾਂ ਦੇ ਵਿੱਚ ਕੁਝ ਬੰਦੇ ਉੱਧਰ ਚਲੇ ਵੀ ਗਏ। ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਾਣ ਵਾਲੇ ਨਾਵਾਂ ਦਾ ਵਿੱਚ ਨਾਮ ਸੀ ਜਿਹੜਾ ਅਸੀਂ ਲੋਕ ਸੋਚਦੇ ਸੀ ਕਿ ਜੇਕਰ ਕੋਈ ਬੰਦੇ ਉੱਧਰ ਜਾਂਦੇ ਨੇ ਤੇ ਉਹਨਾਂ 'ਚੋਂ ਸਭ ਤੋਂ ਪਹਿਲਿਆਂ ਦੇ ਵਿੱਚ ਨਾਮ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੇ ਸਭ ਤੋਂ ਵੱਡੇ ਵਫਾਦਾਰਾਂ ਦੇ ਵਿੱਚੋਂ ਇਹਨਾਂ ਦਾ ਹੋਣਾ ਚਾਹੀਦਾ ਸੀ। ਤੇ ਤੁਸੀਂ ਹੁਣ ਅੱਜ ਦੱਸਿਆ ਕਿ ਸੂਤਰਾਂ ਤੋਂ ਖਬਰ ਆਈ ਆ ਕਿ ਉਹਨਾਂ ਨੇ ਇਲੈਕਸ਼ਨ ਕਮੇਟੀ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਨਹੀਂ ਜਾਣਾ ਤੇ ਕਿਆਸ ਲਾਈਆਂ ਜਾ ਰਹੀਆਂ ਕਿ ਰਾਣਾ ਗੁਰਮੀਤ ਸੋਢੀ ਜਿਹੜੇ ਆ ਉਹ ਕਾਂਗਰਸ ਨੂੰ ਛੱਡ ਕੇ ਨਵੀਂ ਬਣੀ ਕਾਂਗਰਸ ਦੇ ਵਿੱਚ ਜਾਣਗੇ। ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿ ਕਿਉਂਕਿ ਉਹਨਾਂ ਦਾ ਜਿਹੜਾ ਲੰਬਾ ਰਾਜਨੀਤਿਕ ਕੈਰੀਅਰ ਰਿਹਾ ਉਹ ਸਿਰਫ ਔਰ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਨੇੜਤਾ ਕਰਕੇ, ਉਹਨਾਂ ਦੇ ਨਾਲ ਨਿੱਜਤਾ ਕਰਕੇ, ਉਹਨਾਂ ਦੇ ਨਾਲ ਵਫਾਦਾਰੀ ਕਰਕੇ ਹੀ ਉਹ ਲੰਬਾ ਰਿਹਾ ਤੇ ਇਸ ਕਰਕੇ ਹੋ ਸਕਦਾ ਕਿ ਉਹ ਉਧਰ ਚਲੇ ਜਾਣ। ਜੀ ਸ਼ਰਮਾ ਜੀ, ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਵੀ ਸੁਣਿਆ ਮੀਟਿੰਗ ਆ, ਕਿਸ ਦਿਨ ਮੀਟਿੰਗ ਹੈ ਤੇ ਕਿੱਦਾਂ ਦੇ ਸਿੱਟੇ ਨਿਕਲਣ ਦੀ ਆਸਾਰ ਹੈ ਉਸ ਮੀਟਿੰਗ ਦੇ ਵਿੱਚੋਂ? UPSC ਦੀ ਮੀਟਿੰਗ ਜਿਹੜੀ ਆ ਉਹ 21 ਦਸੰਬਰ ਨੂੰ ਹੋਣੀ ਦੱਸੀ ਜਾ ਰਹੀ ਆ। ਜਿਸ ਦਿਨ ਸਤੰਬਰ ਦੇ ਵਿੱਚ ਚੰਨੀ ਸਾਹਿਬ ਨੇ ਅਹੁਦਾ ਸੰਭਾਲਿਆ ਉਸ ਦਿਨ ਤੋਂ ਹੀ ਇਸ ਗੱਲ ਦਾ ਰੇੜਕਾ ਹੈ ਕਿ DGP ਜਿਹੜਾ ਆ ਕੌਣ ਲੱਗੇਗਾ। ਅਸੀਂ ਜਾਣਦੇ ਹਾਂ ਕਿ ਸੰਸਦ ਦੇ ਵਿੱਚ, ਇਤਿਹਾਸ ਦੇ ਵਿੱਚ, ਵਿਧਾਨ ਸਭਾ ਦੇ ਮੁਤਾਬਕ ਜਦੋਂ ਵੀ ਕੋਈ ਮੁੱਖ ਮੰਤਰੀ ਬਣਦਾ ਉਹ DGP ਤੇ ਐਡਵੋਕੇਟ ਜਨਰਲ ਨੂੰ ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਉਹ ਤੈਅ ਕਰ ਲੈਂਦਾ। ਪਰ ਇੱਥੇ ਕਿਉਂਕਿ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਵੀ ਇਹਨਾਂ ਨੂੰ ਦਿੱਲੀੋਂ ਬਣਾਇਆ ਗਿਆ ਤੇ ਇਸ ਕਰਕੇ DGP ਤੇ ਐਡਵੋਕੇਟ ਜਨਰਲ ਵੀ ਦਿੱਲੀੋਂ ਲਾਉਣ ਦੀ ਕਵਾਇਦ ਸੀ। ਜਿਹੜੇ ਇਹਨਾਂ ਨੇ ਲਾਏ ਸੀ ਉਹ ਸਿੱਧੂ ਸਾਹਿਬ ਨੂੰ ਪਸੰਦ ਨਹੀਂ ਆਏ।
ਫਿਰ ਅਖੀਰ ਤੇ 10 ਬੰਦਿਆਂ ਦਾ ਜਿਹੜਾ UPSC ਨੂੰ ਭੇਜਿਆ ਗਿਆ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਨੇ ਇਹ ਸਿਸਟਮ ਬਦਲ ਦਿੱਤਾ ਸੀ ਕਿ ਸੂਬੇ ਦੇ ਵਿੱਚ DGP ਜਿਹੜਾ ਵੀ ਲੱਗੇਗਾ ਉਹ UPSC ਦਾ ਪੈਨਲ, ਜਿਹੜੇ ਪੈਨਲਿਸਟ ਨੇ ਉਹ ਸਿਲੈਕਟ ਕਰਨਗੇ, ਕਿ ਰਾਜ ਸਰਕਾਰ ਦੀ ਜ਼ਿੰਮੇਵਾਰੀ ਸਿਰਫ 10 ਨਾਂ ਭੇਜਣ ਦੀ ਹੁੰਦੀ ਆ। ਨਾਮ ਇਹਨਾਂ ਨੇ 10 ਭੇਜ ਦਿੱਤੇ ਹੋਏ ਨੇ, ਹਾਲਾਂਕਿ ਉਹਦੇ ਤੇ ਜਿਹੜੇ ਕਾਰਜਕਾਰੀ DGP ਨੇ ਉਹਨਾਂ ਦਾ ਨਾਮ ਵੀ ਵਿੱਚ ਹੀ ਆ। ਚਟੋਪਾਧਿਆਏ ਸਾਹਿਬ ਜਿਹੜੇ ਨੇ, ਹੋਰ ਵੀ ਵਿੱਚ ਕਾਫੀ ਨਾਮ ਨੇ, 10 ਬੰਦਿਆਂ ਦੀ ਲਿਸਟ ਜਿਹੜੀ ਭੇਜੀ ਹੋਈ ਆ। ਤੇ ਉਹ ਭੇਜਣ ਵਾਲੇ ਦਿਨ ਵੀ ਅਖੀਰਲਾ ਦਿਨ ਸੀ ਸਵਲੀਨ ਜੀ ਉਸ ਮਹੀਨੇ ਦਾ, ਜਿੱਦਣ ਉਹ ਰਾਤ ਨੂੰ ਸੂਚੀ ਭੇਜੀ ਗਈ, ਕਿਉਂਕਿ ਉਹਦੀ ਸ਼ਰਤ ਫਿਰ ਕਈ ਬੰਦੇ ਪੂਰੀ ਨਹੀਂ ਸੀ ਕਰਦੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਜਾਂ ਸਿੱਧੂ ਸਾਹਿਬ DGP ਲਾਉਣਾ ਚਾਹੁੰਦੇ ਸੀ। ਉਹਨਾਂ ਦੀ ਰਿਟਾਇਰਮੈਂਟ 31 ਮਾਰਚ ਤੋਂ ਪਹਿਲਾਂ ਹੁੰਦੀ ਹੈ, ਇਸ ਕਰਕੇ ਉਹਨਾਂ ਦੇ 6 ਮਹੀਨੇ ਬਚਦੇ ਨਹੀਂ ਸੀ, ਇਸ ਕਰਕੇ ਉਹ ਜਿਹੜੀ ਸੂਚੀ ਸੀ ਲੇਟ ਭੇਜੀ ਗਈ। ਪਰ ਤੁਸੀਂ ਇੱਦਾਂ ਦੇਖੋ ਕਿ ਉੱਦਾਂ ਕੇਂਦਰ ਸਰਕਾਰ ਬੜਾ ਰੌਲਾ ਪਾਉਂਦੀ ਆ ਕਿ ਪੰਜਾਬ ਜਿਹੜਾ ਆ ਉਹ ਸਟੇਟ ਹੈਗੀ ਆ ਬਾਰਡਰ ਦੀ, ਤੇ ਇਹਨੂੰ ਸਿਕਿਉਰਿਟੀ ਦੀ ਬੜੀ ਲੋੜ ਆ, ਤੇ ਇੱਥੇ ਜਿਹੜਾ BSF ਦਾ ਦਾਇਰਾ ਆ ਉਹ 15 ਤੋਂ 50 ਕਰ ਦਿੱਤਾ ਗਿਆ। ਤੇ ਇੱਥੇ ਆ ਕੇ ਜਦੋਂ BJP ਚੋਣ ਪ੍ਰਚਾਰ ਕਰਦੀ ਆ ਉਦੋਂ ਵੀ ਇਸ ਗੱਲ ਦੀ ਕਰਦੀ ਆ ਕਿ ਪੰਜਾਬ ਨੂੰ ਸੁਰੱਖਿਆ ਦੀ ਵੱਧ ਲੋੜ ਆ, ਤੇ ਪੰਜਾਬ ਵਰਗੇ ਸੂਬੇ ਨੂੰ DGP ਲਾਉਣ ਲਈ ਉਸੇ ਹੀ ਸੈਂਟਰ ਦੀ ਜਿਹੜੀ UPSC ਆ ਉਹ ਇੱਕ ਮੀਟਿੰਗ ਨਹੀਂ ਕਰ ਸਕਦੀ, ਜਿਹੜਾ ਕਿ ਉਹਨਾਂ ਲਈ 10 ਮਿੰਟ ਦਾ ਕੰਮ ਆ। ਤੇ ਉਹਦੇ ਲਈ ਫਿਰ ਇਹਨਾਂ ਨੇ, ਤੁਸੀਂ ਹੁਣ ਸਿਸਟਮ ਲਾ ਲਓ ਕਿ ਸਤੰਬਰ ਤੋਂ ਲੈ ਕੇ ਹੁਣ ਦਸੰਬਰ ਤੱਕ 2-2.5 ਮਹੀਨੇ ਜਿਹੜੇ ਨੇ ਐਵੇਂ ਹੀ ਗਵਾ ਦਿੱਤੇ ਨੇ ਤੇ DGP ਲਾਉਣ ਲਈ। ਜਦ ਕਿ ਅਸੀਂ ਜਾਣਦੇ ਹਾਂ ਕਿ ਹੁਣ ਜਿਹੜਾ DGP ਲੱਗੇਗਾ ਉਹਦੇ ਲਈ ਸਭ ਤੋਂ ਪਹਿਲਾਂ ਤੇ ਅਮਨ ਅਮਾਨ ਦੇ ਨਾਲ ਚੋਣਾਂ ਕਰਵਾਉਣੀਆਂ ਹੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਸਲਾ ਹੋਵੇਗਾ। ਹੁਣ ਦੇਖਦੇ ਹਾਂ ਕਿ DGP ਦੀ ਜਿਹੜੀ 21 ਤਰੀਕ ਨੂੰ ਨਿਯੁਕਤੀ ਹੁੰਦੀ ਆ, ਉਹ ਪੈਨਲ ਦੇ ਵਿੱਚੋਂ 3 ਨਾਮ ਉਹਨਾਂ ਨੇ ਭੇਜਣੇ ਆ। ਫਿਰ ਉਹਨਾਂ 3 ਦੇ ਵਿੱਚੋਂ ਸਟੇਟ ਗੌਰਮੈਂਟ ਦੀ ਮਰਜ਼ੀ ਹੋਵੇਗੀ ਕਿ ਉਹਨਾਂ 3 ਦੇ ਵਿੱਚੋਂ ਕਿਹਨੂੰ ਲਾਉਂਦੇ ਨੇ। ਅੱਗੋਂ ਇਹ ਪਹਿਲਾਂ ਉੱਦਾਂ ਦੇ ਟੱਕਰੇ ਇਹਨਾਂ ਨੇ ਕਾਫੀ ਟਾਈਮ ਲਾਤਾ, ਹੁਣ ਉਹਨਾਂ ਨੇ ਕਾਫੀ ਟਾਈਮ ਲਾਤਾ, ਕਿਤੇ ਇਹਨਾਂ 3 ਦੇ ਉੱਤੇ ਨਾ ਮੁੜ ਕੇ ਰੇੜਕਾ ਪੈ ਜਾਏ ਤੇ ਕਿਤੇ ਚੋਣਾਂ ਤੋਂ ਬਾਅਦ ਨਾ ਨਵਾਂ DGP ਲਾਉਣੇ। ਜੀ ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੁੰਦਾ ਹੈ। ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆ ਕੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।